ਕਨੈਕਟ FM ਕੈਨੇਡਾ ਦੇ ਵਿੱਚ ਤੁਹਾਡਾ ਸਵਾਗਤ ਹੈ। ਮੈਂ ਮਨਪ੍ਰੀਤ ਰੰਧਾਵਾ। ਸਾਡੇ ਨਾਲ ਅੱਜ ਪ੍ਰੋਫੈਸਰ ਮੁਹੰਮਦ ਖਾਲਿਦ ਨੇ। 36 ਵਰ੍ਹਿਆਂ ਤੋਂ ਇਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਪੜ੍ਹਾ ਰਹੇ ਨੇ। ਪੋਲੀਟੀਕਲ ਸਾਇੰਸ ਦਾ ਸਬਜੈਕਟ ਪੜ੍ਹਾ ਰਹੇ ਨੇ। ਬਹੁਤ ਲੰਬਾ ਚੌੜਾ ਐਕਸਪੀਰੀਅੰਸ ਆ। ਇਸ ਦੌਰਾਨ ਇਹ ਸੈਨੇਟਰ ਵੀ ਰਹੇ ਨੇ, ਸਿੰਡੀਕੇਟ ਦੇ ਮੈਂਬਰ ਵੀ ਰਹੇ ਨੇ, ਉੱਥੋਂ ਦੀ ਜਿਹੜੀ ਟੀਚਰਸ ਐਸੋਸੀਏਸ਼ਨ ਆ ਉਸ ਦੇ ਪ੍ਰੈਜ਼ੀਡੈਂਟ ਰਹੇ ਨੇ, ਜਨਰਲ ਸਕੱਤਰ ਰਹੇ ਨੇ। ਔਰ ਅੱਜ ਅਸੀਂ ਇਹਨਾਂ ਨੂੰ ਇਸ ਕਰਕੇ ਬੁਲਾਇਆ ਕਿਉਂਕਿ ਜਿੰਨਾ ਇਹਨਾਂ ਦਾ ਐਕਸਪੀਰੀਅੰਸ ਆ, ਪੰਜਾਬ ਯੂਨੀਵਰਸਿਟੀ ਪਿਛਲੇ ਦਿਨਾਂ ਦੇ ਵਿੱਚ ਬਹੁਤ ਚਰਚਾ ਦਾ ਵਿਸ਼ਾ ਬਣੀ। ਕੀ ਗੱਲ ਆ ਕਿ ਦੋ ਮੁੱਖ ਮੰਤਰੀਆਂ ਨੂੰ ਤੇ ਨਾਲ ਉਹਨਾਂ ਦੇ ਗਵਰਨਰ ਨੂੰ ਬਹਿਣਾ ਪੈਂਦਾ ਇਹ ਡਿਸਾਈਡ ਕਰਨ ਲਈ ਕਿ ਪੰਜਾਬ ਯੂਨੀਵਰਸਿਟੀ ਦਾ ਭਵਿੱਖ ਕੀ ਹੋਊਗਾ, ਇਸ ਨੂੰ ਫੰਡਿੰਗ ਕਿਸ ਤਰ੍ਹਾਂ ਮਿਲੇਗੀ, ਇਹਦੀ ਐਫੀਲੀਏਸ਼ਨ ਦੀ ਗੱਲ ਹੁੰਦੀ ਹੈ, ਤਮਾਮ ਤਰ੍ਹਾਂ ਦੀ ਅਸੀਂ ਗੱਲਾਂ ਕਰਾਂਗੇ। ਸੋ ਜ਼ਿਆਦਾ ਮੈਂ ਤੁਹਾਡਾ ਵਕਤ ਨਹੀਂ ਲੈਣਾ। ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਵਾਗਤ ਹੈ ਤੁਹਾਡਾ ਮੁਹੰਮਦ ਖਾਲਿਦ। ਹਾਂਜੀ, ਮਿਹਰਬਾਨੀ। ਇਹ ਦੱਸੋ ਕਿ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਯੂਨੀਵਰਸਿਟੀ ਜਿਸ ਤਰ੍ਹਾਂ ਚਰਚਾ ਦਾ ਵਿਸ਼ਾ ਬਣੀ ਆ ਔਰ ਜਿਸ ਕਰਕੇ ਦੋ ਮੁੱਖ ਮੰਤਰੀ, ਜਿਹਦੇ ਵਿੱਚ ਮਨੋਹਰ ਲਾਲ ਖੱਟਰ ਉਹ ਵੀ ਬੈਠੇ, ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਤੇ ਇਹਨਾਂ ਨੂੰ ਚੇਅਰ ਕਰ ਰਹੇ ਸੀ ਜਿਹੜੇ ਮੀਟਿੰਗ ਉਹ ਸੀ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ। ਔਰ ਗੱਲ ਚੱਲ ਰਹੀ ਸੀ ਕਿ ਹਰਿਆਣੇ ਦੇ ਕਾਲਜਿਸ ਨੂੰ ਐਫੀਲੀਏਟ ਕਰ ਦਿਓ ਤਾਂ ਕਿ ਫੰਡਿੰਗ ਅਸੀਂ ਦੇ ਦਾਂਗੇ। ਕੀ ਇਹ ਵੈਲਿਡ ਕਾਰਨ ਹੈ? ਦੇਖੋ, ਇੱਦਾਂ ਹੈਗਾ, ਪਹਿਲੀ ਚੀਜ਼ ਤਾਂ ਹੈਗੀ ਹੈ ਕਿ ਗਵਰਨਰ ਕੋਲ ਕਿਹੜੀ ਅਥਾਰਟੀ ਹੈ ਚੀਫ ਮਿਨਿਸਟਰਸ ਦੀ ਮੀਟਿੰਗ ਕਾਲ ਕਰਨ ਦੀ। ਗਵਰਨਰ ਨਾ ਤਾਂ ਪੰਜਾਬ ਯੂਨੀਵਰਸਿਟੀ ਦਾ ਚਾਂਸਲਰ ਹੈ, ਨਾ ਹਰਿਆਣੇ ਦੀ ਕਿਸੇ ਯੂਨੀਵਰਸਿਟੀ ਦਾ ਚਾਂਸਲਰ ਹੈ, ਅਤੇ ਗਵਰਨਰ ਨੂੰ ਆਪਣੇ ਆਪ ਹੀ ਉਧਰ ਤੁਸੀਂ ਮੀਟਿੰਗਾਂ ਕਾਲ ਕਰੀ ਚਲੋ। ਗੱਲ ਇਹ ਹੈਗੀ ਹੈ, ਕੋਈ ਮੀਟਿੰਗ ਹੈ, ਅਗਰ ਉਹਦੇ 'ਚ ਕੋਈ ਫੈਸਲਾ ਵੀ ਹੁੰਦਾ, ਉਹ ਫੈਸਲੇ ਦੀ ਕੀ ਵੈਲਿਡਿਟੀ ਹੈ ਜਦ ਕਿ ਉਹ ਮੀਟਿੰਗ ਹੀ ਵੈਲਿਡ ਨਹੀਂ ਹੈ। ਇੱਕ ਪ੍ਰੋਫੈਸਰ ਸਾਹਿਬ, ਸੌਰੀ ਮੈਂ ਤੁਹਾਨੂੰ ਟੋਕ ਰਿਹਾ, ਜੋ ਸਾਡੀ ਜਾਣਕਾਰੀ ਆ ਉਹਨਾਂ ਨੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਇੰਡੀਕੇਸ਼ਨ ਤੇ ਮੀਟਿੰਗ ਕਾਲ ਕਰ ਲਈ। ਇੰਡੀਕੇਸ਼ਨ ਤੇ ਗੱਲ ਨਹੀਂ ਚੱਲਦੀ ਹੁੰਦੀ। ਗੱਲ ਇਹ ਹੈਗੀ ਹੈ, ਕਿਆ ਹੋਮ ਮਿਨਿਸਟਰੀ ਨੇ ਜਾਂ MHRD ਮਿਨਿਸਟਰੀ ਨੇ ਜਾਂ UGC ਨੇ ਜਾਂ ਸੈਂਟਰਲ ਗੌਰਮੈਂਟ ਨੇ ਕੋਈ ਚਿੱਠੀ ਪਾਈ ਵਾਈਸ ਚਾਂਸਲਰ ਨੂੰ ਜਾਂ ਆਪਣੇ ਭਗਵੰਤ ਮਾਨ ਨੂੰ ਜਾਂ ਖੱਟਰ ਸਾਹਿਬ ਨੂੰ, ਕੋਈ ਰਿਟਨ ਹੋਏਗਾ? ਇੰਡੀਕੇਸ਼ਨ ਦਾ ਕੀ ਮਤਲਬ ਹੁੰਦਾ? ਸਰਕਾਰਾਂ ਇੰਡੀਕੇਸ਼ਨ 'ਤੇ ਨਹੀਂ ਚੱਲਦੀਆਂ। ਯੂਨੀਵਰਸਿਟੀਆਂ ਦੇ ਭਵਿੱਖ ਜਿਹੜੇ ਹੈਗੇ ਇੰਡੀਕੇਸ਼ਨ 'ਤੇ ਨਹੀਂ ਚੱਲਦੇ। ਇਹ ਤਾਂ ਇੱਕ ਬਹੁਤ ਵੱਡਾ ਇਸ਼ੂ ਹੈਗਾ। ਦੂਸਰੀ ਚੀਜ਼ ਇਹ ਹੈਗੀ ਹੈ ਕਿ ਇਹ ਯੂਨੀਵਰਸਿਟੀ 1966 ਤੋਂ ਬਾਅਦ ਜਿਸ ਵੇਲੇ ਟਰਾਈਫਰਕੇਸ਼ਨ ਆਫ ਸਟੇਟ ਹੋਇਆ, ਹਰਿਆਣਾ ਅਲੱਗ ਹੋਇਆ, ਚੰਡੀਗੜ੍ਹ UT ਬਣਿਆ, ਉਸ ਵੇਲੇ ਸਾਡੀ ਜਿਹੜੀ ਫੰਡਿੰਗ ਸੀਗੀ ਉਹਦਾ ਪੈਟਰਨ ਡਿਫਰੈਂਟ ਸੀਗਾ। 20 ਪੰਜਾਬ, 20 ਹਰਿਆਣਾ, 20 ਹਿਮਾਚਲ, 40 ਸੈਂਟਰਲ ਗੌਰਮੈਂਟ। ਉਸ ਤੋਂ ਬਾਅਦ ਫੰਡਿੰਗ ਦਾ ਪੈਟਰਨ ਚੇਂਜ ਹੋ ਗਿਆ ਕਿਉਂਕਿ ਹਿਮਾਚਲ ਨੇ ਆਪਣੇ ਕਾਲਜ ਬਾਹਰ ਕੱਢ ਲਏ। ਕੋਈ ਜ਼ਬਰਦਸਤੀ ਤਾਂ ਨਹੀਂ ਕੱਢੇ ਸੀਗੇ। ਉਹ ਕਹਿੰਦੇ ਸਾਡੀ ਹਿਮਾਚਲ ਯੂਨੀਵਰਸਿਟੀ ਬਣ ਗਈ, ਅਸੀਂ ਆਪਣੇ ਕਾਲਜ ਬਾਹਰ ਕੱਢ ਰਹੇ ਹਾਂ। ਉਸ ਤੋਂ ਬਾਅਦ ਕੁਰੂਕਸ਼ੇਤਰ ਯੂਨੀਵਰਸਿਟੀ ਬਣ ਗਈ। ਕੁਰੂਕਸ਼ੇਤਰ ਯੂਨੀਵਰਸਿਟੀ ਬਣਨ ਤੋਂ ਬਾਅਦ ਇਹ ਜਿਹੜਾ ਹੈਗਾ ਅੰਬਾਲਾ ਡਿਸਟ੍ਰਿਕਟ ਸਾਰਾ ਜਿਹੜਾ ਸੀਗਾ, ਆਲੇ ਦੁਆਲੇ ਦੇ ਸਾਰੇ ਕਾਲਜ ਜਿਹੜੇ ਜਿੰਨੇ ਵੀ ਐਫੀਲੀਏਸ਼ਨ ਸੀਗੀ ਪੰਜਾਬ ਯੂਨੀਵਰਸਿਟੀ ਦੇ ਨਾਲ, ਉਹਨਾਂ ਨੇ ਕਹਿੰਦੇ ਜੀ ਅਸੀਂ ਬਾਹਰ ਕੱਢ ਲਏ। ਕਿਸੇ ਨੇ ਤਾਂ ਨਹੀਂ ਕਿਹਾ ਤਾਂ 1974 ਦੇ ਬਾਅਦ ਉਹਨਾਂ ਨੇ ਫਿਰ ਫੰਡਿੰਗ ਵੀ ਬੰਦ ਕਰਤੀ ਨੈਚੁਰਲੀ, ਕਿਉਂਕਿ ਉਹਨਾਂ ਦੇ ਕੋਈ ਕਾਲਜ ਨਹੀਂ ਰਹੇ। ਹੁਣ ਗੱਲ ਇਹ ਹੈਗੀ ਹੈ, ਤੇ ਮੁੜ ਕੇ ਤੁਸੀਂ ਹਿਸਟਰੀ ਨੂੰ ਰੀਕ੍ਰੀਏਟ ਕਿਉਂ ਕਰਨਾ ਚਾਹੁੰਦੇ ਹੋ ਜਦ ਕਿ ਤੁਸੀਂ ਆਪ ਆਪਣੀ ਮਰਜ਼ੀ ਦੇ ਨਾਲ ਗਏ ਸੀਗੇ। ਉਸ ਤੋਂ ਬਾਅਦ ਫੰਡਿੰਗ ਪੈਟਰਨ ਚੇਂਜ ਹੋ ਗਿਆ। ਫੰਡਿੰਗ ਪੈਟਰਨ ਇਹ ਹੋ ਗਿਆ ਕਿ ਉਹਨਾਂ ਦੋਨਾਂ ਸਟੇਟਾਂ ਦਾ ਜਿਹੜਾ 20% ਸੀਗਾ ਉਹ ਸੈਂਟਰ ਨੇ ਲੈ ਕੇ ਟੋਟਲ 60% ਕਰਤਾ, 40% ਪੰਜਾਬ ਗੌਰਮੈਂਟ ਨੇ ਕਰਤਾ ਜੀ। ਉਸ ਤੋਂ ਬਾਅਦ ਪੰਜਾਬ ਗੌਰਮੈਂਟ ਪੈਸਿਆਂ ਦੀ ਘਾਟ ਕਰਕੇ ਫੰਡਿੰਗ ਘਟਾਉਂਦੀ ਚਲੀ ਗਈ। ਇੱਥੇ ਤੱਕ ਆ ਗਈ ਕਿ ਜੀ ਟੋਟਲ ਇੱਕ ਟਾਈਮ ਐਸਾ ਆਇਆ ਕਿ 20-22 ਕਰੋੜ ਰੁਪਏ ਸਿਰਫ, ਯਾਨੀ ਬਜਟ 600 ਕਰੋੜ ਦਾ ਹੁੰਦਾ ਸੀ ਔਰ 20-22 ਕਰੋੜ ਰੁਪਏ ਪੰਜਾਬ ਗੌਰਮੈਂਟ ਦਿੰਦੇ ਸੀ। ਹੁਣ ਵੀ ਪੰਜਾਬ ਗੌਰਮੈਂਟ ਜਿਹੜੀ ਹੈਗੀ ਹੈ ਉਹ ਤਕਰੀਬਨ 40-45 ਕਰੋੜ ਰੁਪਇਆ ਦਿੰਦੀ ਹੈ, ਜਦਕਿ ਬਜਟ 1000 ਕਰੋੜ ਤੋਂ ਉੱਪਰ ਦਾ ਜੀ। ਬਾਕੀ ਜਿੰਨਾ ਹੈਗਾ ਉਹਦੇ ਵਿੱਚੋਂ ਯੂਨੀਵਰਸਿਟੀ ਜਿਹੜੀ ਆਪਣੀ ਆਮਦਨ ਹੈ ਕੱਢ ਕੇ ਬਾਕੀ ਸਾਰਾ ਸੈਂਟਰ ਗੌਰਮੈਂਟ ਦਿੰਦੀ ਹੈ। ਸੈਂਟਰ ਗੌਰਮੈਂਟ 90% ਤੋਂ ਵੱਧ ਜਿਹੜਾ ਸਾਡਾ ਡੈਫਿਸਿਟ ਹੈ ਉਹ ਦਿੰਦੀ ਹੈ। ਹੁਣ ਗੱਲ ਇਹ ਹੈਗੀ ਹੈ ਕਿ अगर क्या फंडिंग ही सारा कुछ है कि फंडिंग करके ही दोबारा रीएफिलिएशन कर रही है, होर कोई चक्कर नहीं है। जिस वेले हरियाणे दे कॉलेज एफिलीएट होणगे तो हरियाणे दे उन्हां कॉलेजेस दे टीचर भी सैनेट दा इलैक्शन लड़नगे। एब्सोल्युटली वो सैनेट दे विच आउणगे। हुण अज तुसीं फॉर एग्जाम्पल उत्थे पढ़ाउने हो जी हिस्टरी एंड कल्चर ऑफ पंजाब, पंजाब यूनिवर्सिटी दे विच जिन्हां ने पंजाबी नहीं पढ़ी या पंजाबी कंपलसरी है, वो कहेंगे जी नहीं हिस्टरी एंड कल्चर ऑफ हरियाणा पढ़ाओ। हाँ जी, फिर तुसीं की करोगे? फिर लड़ाई झगड़े होणगे।
ਤਾਂ ਇਸ ਕਰਕੇ ਇਹ ਜਿਹੜਾ ਨਵਾਂ ਮੁੱਦਾ ਖੜਾ ਹੋਇਆ ਕਿ ਜੀ ਹਰਿਆਣੇ ਦੇ ਕਾਲਜ ਐਫੀਲੀਏਟ ਕਰੋ, ਪੰਚਕੂਲਾ ਦੇ ਜਾਂ ਅੰਬਾਲੇ ਦੇ, ਇਹ ਸਭ ਚੀਜ਼ਾਂ ਜਿਹੜੀਆਂ ਯਮਨਾ ਨਗਰ ਦੇ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ, ਇਹਨੂੰ ਜਿਹੜਾ ਹੈਗਾ ਰੀਵਿਜ਼ਿਟ ਕਰਨ ਦੀ ਕੋਈ ਲੋੜ ਨਹੀਂ ਹੈ। ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਆਈ, ਪੰਜਾਬ ਦੀ ਯੂਨੀਵਰਸਿਟੀ ਸੀਗੀ, ਹੁਸ਼ਿਆਰਪੁਰ ਰਹੀ, ਕੁਝ ਡਿਪਾਰਟਮੈਂਟ ਸੋਲਨ ਰਹੇ, ਕੁਝ ਸ਼ਿਮਲੇ ਰਹੇ, ਜਦ ਚੰਡੀਗੜ੍ਹ ਬਣਿਆ ਸਾਰੀ ਯੂਨੀਵਰਸਿਟੀ ਤੇ ਇਕੱਠੀ ਹੋ ਗਈ। ਜੀ ਪ੍ਰੋਫੈਸਰ ਸਾਹਿਬ, ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ। ਪੰਜਾਬ ਯੂਨੀਵਰਸਿਟੀ ਪੰਜਾਬ ਲਈ ਬਣੀ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਪੰਜਾਬ ਦੇ ਲੋਕਾਂ ਲਈ, ਪੰਜਾਬ ਦੇ ਸਟੂਡੈਂਟਸ ਲਈ ਬਣੀ, ਪਰ ਕਿਤੇ ਨਾ ਕਿਤੇ ਸਕਸੈਸਿਵ ਗਵਰਨਮੈਂਟਸ, ਵੱਖਰੀਆਂ ਵੱਖਰੀਆਂ ਸਰਕਾਰਾਂ ਨੇ ਆਪਣਾ ਕਲੇਮ ਇਹਨੂੰ ਪ੍ਰੋਪਰ ਫੰਡਿੰਗ ਨਾ ਕਰਕੇ, ਜਦੋਂ ਹਿਮਾਚਲ ਪ੍ਰਦੇਸ਼ ਵੀ, ਹਰਿਆਣਾ ਤਾਂ ਆਪੇ ਨਾ ਪਿੱਛੇ ਹਟ ਗਏ ਸੀ, ਫੰਡਿੰਗ ਤਾਂ ਇਹਨਾਂ ਨੇ ਕਰਨੀ ਸੀ, ਔਰ ਫੰਡਿੰਗ ਨਾਲ ਹੀ ਯੂਨੀਵਰਸਿਟੀਜ਼ ਚੱਲਦੀਆਂ, ਇਹ ਵੀ ਆਪਾਂ ਨੂੰ ਪਤਾ। ਚਾਹੇ ਉੱਥੋਂ ਦਾ ਰਿਸਰਚ ਵਰਕ ਹੋਵੇ, ਚਾਹੇ ਟੀਚਿੰਗ ਸਟਾਫ ਹੋਵੇ, ਜਿਹੜੀਆਂ ਸਾਡੀਆਂ ਕਮਿਟਡ ਲਾਇਬਿਲਿਟੀਜ਼ ਆ ਉਹ ਹੋਣ, ਤੇ ਕੀ ਕਿਤੇ ਨਾ ਕਿਤੇ ਇਹ ਵੀ ਜ਼ਿੰਮੇਵਾਰ ਆ। ਔਰ ਮੈਨੂੰ ਯਾਦ ਆ, ਮੈਂ ਇਹਦੇ ਨਾਲ ਇਹ ਵੀ ਪੁੱਛ ਲੈਣਾ ਕਿ ਜਦੋਂ ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਚਿੱਠੀ ਲਿਖਤੀ ਸੀ ਇੱਕ ਵਾਰੀ, ਔਰ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਡਾਕਟਰ ਦਲਜੀਤ ਸਿੰਘ ਚੀਮਾ ਉਹਨਾਂ ਨੇ ਉਹਦੀ ਕਲੈਰੀਫਿਕੇਸ਼ਨ ਵੀ ਦਿੱਤੀ, ਜਦੋਂ ਆਪ ਹੀ ਮੁੱਖ ਮੰਤਰੀ ਕਹਿਣ ਲੱਗ ਜਾਣ ਪੰਜਾਬ ਦੇ ਕਿ ਠੀਕ ਹੈ ਜੀ ਸਾਨੂੰ ਇਸ ਤੇ ਕੋਈ ਇਤਰਾਜ਼ ਨਹੀਂ, ਤੇ ਅਸੀਂ ਆਪਣਾ ਕਲੇਮ ਤਾਂ ਨਹੀਂ ਛੱਡ ਦਿੰਦੇ। ਨਹੀਂ, ਇੱਦਾਂ ਹੈਗਾ ਕਿ ਜਦ ਪੰਜਾਬ ਦੀ ਫੰਡਿੰਗ ਘਟਦੀ ਚਲੀ ਗਈ, ਅਸੀਂ ਇੱਕ ਬਹੁਤ ਵੱਡੇ ਕ੍ਰਾਈਸਿਸ ਆ ਗਿਆ। ਯੂਨੀਵਰਸਿਟੀ ਇੱਕ ਫਾਈਨੈਂਸ਼ੀਅਲ ਕ੍ਰਾਈਸਿਸ ਸੀਗੀ, ਯਾਨੀ ਤਨਖਾਹਾਂ ਦੇ ਵੀ ਲਾਲੇ ਪੈਣ ਵਾਲੇ ਸੀਗੇ। ਉਸ ਵੇਲੇ ਇੱਕ ਐਜੀਟੇਸ਼ਨ ਚੱਲਿਆ, ਉਹਦਾ ਮੈਂ ਵੀ ਪਾਰਟ ਸੀਗਾ। ਉਹ ਐਜੀਟੇਸ਼ਨ ਇਹ ਸੀਗਾ ਕਿ ਇਹਨੂੰ ਸੈਂਟਰਲ ਯੂਨੀਵਰਸਿਟੀ ਬਣਾਇਆ ਜਾਵੇ ਜਾਂ ਸੈਂਟਰਲੀ ਫੰਡਡ ਇੰਸਟੀਟਿਊਸ਼ਨ ਬਣਾਇਆ ਜਾਵੇ। ਅਸੀਂ ਬੇਸਿਕਲੀ ਸੈਂਟਰਲ ਯੂਨੀਵਰਸਿਟੀ ਬਣੂਗੀ, ਸੈਂਟਰ ਤੋਂ ਫੰਡਿੰਗ ਆਏਗੀ, ਉਹਦੇ ਨਾਲ ਹੈਗਾ ਘੱਟੋ ਘੱਟ ਫਾਈਨੈਂਸ਼ੀਅਲ ਕ੍ਰਾਈਸਿਸ ਨਹੀਂ ਰਹੇਗਾ। ਉਹ ਐਜੀਟੇਸ਼ਨ ਕਈ ਮਹੀਨੇ ਚੱਲਿਆ, ਔਰ ਟੀਚਰ ਜਿਹੜੇ ਸੀਗੇ ਧਰਨੇ ਤੇ ਰੋਜ਼ ਬੈਠਦੇ ਸੀਗੇ। ਅਲਟੀਮੇਟਲੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀਗੀ, ਉਹਨਾਂ ਨੇ ਇੱਕ ਚਿੱਠੀ ਪੰਜਾਬ ਨੂੰ ਲਿਖਤੀ, ਸੈਂਟਰ ਗਵਰਨਮੈਂਟ ਨੂੰ ਲਿਖਤੀ ਕਿ ਸਾਨੂੰ ਕੋਈ ਇਤਰਾਜ਼ ਨਹੀਂ ਹੈ ਜੇ ਸੈਂਟਰਲ ਯੂਨੀਵਰਸਿਟੀ ਬਣਾ ਦਿੱਤੀ ਜਾਵੇ। ਸਾਡਾ ਇਹ ਸੀਗਾ ਵੀ ਜੇ ਸੈਂਟਰਲ ਯੂਨੀਵਰਸਿਟੀ ਬਣ ਵੀ ਗਈ ਤਾਂ ਐਫੀਲੀਏਸ਼ਨ ਤਾਂ ਪੰਜਾਬ ਦੇ 175 ਕਾਲਜਸ ਦੀ ਹੈ, ਉਹਨਾਂ ਨੂੰ ਇਸ ਕੇਟਰਿੰਗ ਕਰੂਗੀ। ਲੇਕਿਨ ਬਾਅਦ ਦੇ ਵਿੱਚ ਸੀਐਮ ਸਾਹਿਬ ਦੇ ਉੱਪਰ ਜਿਹੜਾ ਪ੍ਰੈਸ਼ਰ ਪਏ, ਵਿਦਇਨ ਡੇਜ਼ ਉਹ ਚਿੱਠੀ ਵਾਪਸ ਲੈ ਲਿੱਤੀ ਗਈ। ਉਸ ਤੋਂ ਬਾਅਦ ਕੀ ਹੋਇਆ, ਦੁਬਾਰਾ ਤੇ ਉਹੀ ਪੰਗਾ ਹੋ ਗਿਆ। ਫਿਰ ਹੋ ਗਿਆ ਕਿ ਫੰਡਿੰਗ ਕਿਵੇਂ ਹੋਵੇ। ਉਸ ਵੇਲੇ ਸਰਦਾਰ ਆਪਣੇ ਮਨਮੋਹਨ ਸਿੰਘ ਆਏ PM, ਉੱਥੇ ਅਸੀਂ ਇਹ ਗੱਲ ਰੱਖੀ। ਮੈਂ ਉਸ ਵੇਲੇ ਪੰਜਾਬ ਯੂਨੀਵਰਸਿਟੀ ਟੀਚਰ ਐਸੋਸੀਏਸ਼ਨ ਦੇ ਵਿੱਚ ਮੇਰਾ ਖਿਆਲ ਹੈ ਸ਼ਾਇਦ ਟ੍ਰੈਜਰਰ ਸੀਗਾ, ਤੇ ਅਸੀਂ ਮਿਲੇ, ਅਸੀਂ ਇਹ ਚਿੱਠੀ ਰੱਖੀ। ਉਸ ਤੋਂ ਬਾਅਦ ਉਹਨਾਂ ਨੇ ਆਪਣੇ ਵਾਈਸ ਚਾਂਸਲਰ ਨੂੰ ਬੁਲਾਇਆ, ਉਹਨਾਂ ਨੇ ਕਿਹਾ ਇੱਕ ਕਮੇਟੀ ਬਣਾਈ। ਉਹ ਕਮੇਟੀ ਦੇ ਵਿੱਚ ਬਹੁਤ ਕੁਝ ਹੋਇਆ, ਉਹਦੀ ਮੈਂ ਡਿਟੇਲ 'ਚ ਨਹੀਂ ਜਾਊਂਗਾ। ਅਲਟੀਮੇਟਲੀ ਫੈਸਲਾ ਇਹ ਹੋਇਆ ਕਿ ਜਿੰਨਾ ਪੈਸਾ ਪੰਜਾਬ ਗਵਰਨਮੈਂਟ ਦਿੰਦੀ ਹੈ, ਚਾਹੇ 20 ਕਰੋੜ ਦੇਵੇ ਚਾਹੇ 25 ਕਰੋੜ ਦੇਵੇ, ਪਲੱਸ ਜਿੰਨਾ ਸਾਡੀ ਆਪਣੀ ਆਮਦਨੀ ਹੈ ਜੀ, ਫੀਸਾਂ ਦੀ ਹੋ ਰਹੀ ਹੈ ਉਹ ਸਾਰਾ ਪਲੱਸ ਕਰਕੇ ਜਿੰਨਾ ਟੋਟਲ ਖਰਚਾ ਉਹ 'ਚੋਂ ਮਾਈਨਸ ਕਰ ਦਿਓ, ਬਾਕੀ ਸਾਰਾ ਪੈਸਾ ਜਿਹੜਾ ਹੈਗਾ ਸੈਂਟਰ ਗਵਰਨਮੈਂਟ ਦੇਊਗੀ। ਉਸ ਚੀਜ਼ ਦੇ ਉੱਪਰ ਅਸੀਂ ਖੜੇ ਰਹੇ। ਜਿਸ ਵੇਲੇ ਮੋਦੀ ਸਰਕਾਰ ਆਈ, ਉਹਨਾਂ ਨੇ ਕਿਹਾ ਨਹੀਂ, ਇਹ ਤਾਂ ਫੰਡਿੰਗ ਗਲਤ ਹੈ, ਇਹਨੂੰ ਅਸੀਂ ਰੀਵਿਜ਼ਿਟ ਕਰਾਂਗੇ। ਉਹ ਰੀਵਿਜ਼ਿਟ ਕਰਨ ਦੇ ਵਿੱਚ ਕੀ ਹੋਇਆ, ਉਹ ਸਾਨੂੰ ਫਿਰ ਕ੍ਰਾਈਸਿਸ ਆ ਗਿਆ। ਫਿਰ ਜਿਹੜੇ ਵਾਈਸ ਚਾਂਸਲਰ ਸੀਗੇ ਉਸ ਵੇਲੇ ਅਰੁਣ ਗਰੋਵਰ, ਉਹਨਾਂ ਨੇ ਕਾਫੀ ਜ਼ਿਆਦਾ ਫਾਈਟ ਕੀਤਾ। ਅਲਟੀਮੇਟਲੀ ਇਹ ਹੋਇਆ ਕਿ ਸਾਡੀ ਜਿਹੜੀ ਇਹ ਹੈਗੀ ਹੈ ਸੈਲਰੀਜ਼ ਹੈਗੀਆਂ, ਉਹ ਸੈਲਰੀਜ਼ ਪ੍ਰੋਟੈਕਟ ਕਰਵਾ ਲਈਆਂ। ਲੇਕਿਨ ਉਹਦੇ ਨਾਲ ਇਹ ਹੈਗਾ ਕਿ ਸੈਂਟਰ ਗੌਰਮੈਂਟ ਜਿਹੜੀ ਹੈਗੀ ਹੈ, ਅਗਰ ਉਹਦੀ ਇੰਟਰਫੇਰੈਂਸ ਹੋਏਗੀ ਤਾਂ ਉਹਨਾਂ ਨੇ ਇਹ ਵੀ ਦੇਖਣਾ ਵੀ ਕਿੰਨੇ ਪ੍ਰੋਫੈਸਰ ਚਾਹੀਦੇ ਆ, ਕਿੰਨੇ ਲੈਕਚਰ ਚਾਹੀਦੇ ਆ। ਹੁਣ ਸਿਚੁਏਸ਼ਨ ਇਹ ਹੈਗੀ ਹੈ, ਤੁਹਾਨੂੰ ਮੈਂ ਇਮਾਨਦਾਰੀ ਨਾਲ ਕਹਿ ਰਿਹਾ, ਅਗਰ ਵਾਈਸ ਚਾਂਸਲਰ ਇੱਕ ਪ੍ਰੋਫੈਸਰ ਵੀ ਲਾਉਣਾ ਚਾਹੇ ਉਹ ਲਾ ਨਹੀਂ ਸਕਦਾ। ਉਹਨਾਂ ਨੂੰ ਪਹਿਲਾਂ UGC ਜਿਹਦੇ ਥਰੂ ਫੰਡਿੰਗ ਹੁੰਦੀ ਹੈ, ਉਹਨੂੰ ਕਨਵਿੰਸ ਕਰਨਾ ਪਊਗਾ ਕਿ ਸਾਡੇ ਵਾਸਤੇ ਇਹ ਪ੍ਰੋਫੈਸਰ ਲਾਉਣਾ ਜਾਂ ਲੈਕਚਰਰ ਲਾਉਣਾ ਜ਼ਰੂਰੀ ਹੈ। ਉਹ ਫਿਰ ਮਨਜ਼ੂਰੀ ਦੇਣਗੇ ਤਾਂ ਇੱਥੇ ਪੋਸਟ ਐਡਵਰਟਾਈਜ਼ ਹੋਏਗੀ ਜੀ। ਤਾਂ ਇਸ ਕਰਕੇ ਜਿਹੜਾ ਬੰਦਾ ਪੈਸਾ ਦੇਊਗਾ ਨੈਚੁਰਲੀ ਉਹ ਆਪਣੀ ਚੌਧਰ ਵੀ ਕਰੇਗਾ ਜਾਂ ਉਹਨੂੰ ਕੰਟਰੋਲ ਵੀ ਕਰੇਗਾ। ਇਹ ਵੀ ਡਿਮਾਂਡ ਆਈ ਕਿ ਜੇ ਸੈਂਟਰ ਤੋਂ ਜ਼ਿਆਦਾ ਪੈਸਾ ਆ ਰਿਹਾ ਹੈ ਤਾਂ ਜਿਹੜੀ ਆਡਿਟ ਹੈਗਾ ਯੂਨੀਵਰਸਿਟੀ ਦਾ ਉਹ ਵੀ ਸੈਂਟਰਲ ਆਡਿਟ ਕਰਨਾ ਚਾਹੀਦਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਬੜੀਆਂ ਮਤਲਬ ਇੱਕ ਚੀਜ਼ ਦੂਸਰੇ ਨਾਲ ਜੁੜੀ ਹੋਈ ਹੈ। ਲੇਕਿਨ ਪੰਜਾਬ ਯੂਨੀਵਰਸਿਟੀ ਦੇ ਵਿੱਚ ਫੰਡਿੰਗ ਪੰਜਾਬ ਗਵਰਨਮੈਂਟ ਤੋਂ ਘਟਦੀ ਚਲੀ ਗਈ ਹੈ ਔਰ ਉਹਦਾ ਕਲੇਮ ਵੀ ਘਟਦਾ ਚਲਾ ਗਿਆ। ਮੈਂ ਸੱਚ ਗੱਲ ਦੱਸਾਂ ਤੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੰਜਾਬ ਸਿਰਫ ਇੱਕ ਨਾਂ ਰਹਿ ਗਿਆ, ਬਾਕੀ ਅਗਰ ਤੁਸੀਂ ਯੂਨੀਵਰਸਿਟੀ ਜਾਓਗੇ ਉੱਥੇ ਪੰਜਾਬ ਦਾ ਮੈਨੂੰ ਨਹੀਂ ਕੁਛ ਨਜ਼ਰ ਆਉਂਦਾ ਜੀ। ਪ੍ਰੋਫੈਸਰ ਇਸੇ ਗੱਲ ਤੇ ਆਪਾਂ ਆਉਂਦੇ ਹਾਂ ਜੀ ਕਿ ਫੰਡਿੰਗ ਹੀ ਮੇਨ ਕਾਰਨ ਆ ਕਿ ਪੰਜਾਬ ਸਰਕਾਰ ਕੋਲੇ ਪੈਸਾ ਹੈ ਨਹੀਂ ਜਾਂ ਇੰਟਰਸਟ ਹੈ ਨਹੀਂ, ਦਿਲਚਸਪੀ ਨਹੀਂ ਦਿਖਾਉਣੀ ਕਿ ਕੋਈ ਗੱਲ ਨਹੀਂ ਸੈਂਟਰ ਤਾਂ ਦੇ ਹੀ ਰਹੀ ਆ। ਔਰ ਉਹ ਸਮਾਂ ਸਾਡੇ ਕੋਲ ਇੰਨੇ ਸਾਲਾਂ ਬਾਅਦ ਉਹ ਆ ਗਿਆ
ਕਿ ਜਦੋਂ ਨਾਲ ਦੀ ਸਾਡੀ ਸਟੇਟ ਜਿਹੜੀ ਕਿ ਪਹਿਲਾਂ ਹਟ ਗਈ ਸੀ ਪਿੱਛੇ ਹਰਿਆਣਾ, ਉਹਨੇ ਕਲੇਮ ਕਰਨਾ ਸ਼ੁਰੂ ਕਰਤਾ। ਉਹ ਕਹਿੰਦੇ ਫੰਡਿੰਗ ਦੇ ਦਿੰਦੇ ਆ, 40% ਅਸੀਂ ਦੇ ਦਿੰਦੇ ਆ, ਪਰ ਸਾਡੇ ਕਾਲਜਸ ਐਫੀਲੀਏਟ ਕਰ ਲਓ। ਸੋ ਇਨਡਾਇਰੈਕਟਲੀ ਇਹ ਹੁਣ ਕੰਟਰੋਲ ਕਰਨਾ ਦੇਖੋ ਚਾਹੁੰਦੇ ਗੱਲ ਇਹ ਹੈਗੀ ਹੈ ਕਿ ਜਿੰਨੀਆਂ ਵੀ ਸਟੇਟ ਗਵਰਨਮੈਂਟਾਂ ਨੇ ਜੀ, ਉਹਨਾਂ ਦਾ ਵੈਸੇ ਵੀ ਯੂਨੀਵਰਸਿਟੀਆਂ ਦੇ ਵਿੱਚ ਇੰਟਰਸਟ ਘੱਟ ਹੈ। ਓਕੇ, ਯੂਨੀਵਰਸਿਟੀਆਂ ਨੂੰ ਐਜੂਕੇਸ਼ਨ 'ਚ ਇੰਟਰਸਟ ਹੈ ਨਹੀਂ? ਹਾਇਰ ਐਜੂਕੇਸ਼ਨ ਦੀ ਮੈਂ ਗੱਲ ਕਰ ਰਿਹਾ, ਮੈਂ ਸਕੂਲ ਐਜੂਕੇਸ਼ਨ ਦੀ ਗੱਲ ਨਹੀਂ ਕਰ ਰਿਹਾ, ਉਹ ਇੱਕ ਡਿਫਰੈਂਟ ਵਿਸ਼ੇ ਹੈ। ਤੁਸੀਂ ਇਹ ਦੇਖੋ ਵੀ ਕਿਸੇ ਵੀ ਯੂਨੀਵਰਸਿਟੀ 'ਚ ਦੇਖ ਲਓ, ਜਿੰਨੀਆਂ ਸੈਂਕਸ਼ਨਡ ਪੋਸਟਾਂ ਜੀ, ਉਹਦੇ ਵਿੱਚੋਂ 50% ਜਾਂ 60% ਸਟਾਫ ਕੰਮ ਕਰ ਰਿਹਾ, ਬਾਕੀ ਪੋਸਟਾਂ ਖਾਲੀ ਪਈਆਂ। ਈਵਨ ਪੰਜਾਬ ਯੂਨੀਵਰਸਿਟੀ 'ਚ ਵੀ ਖਾਲੀ ਪਈਆਂ। ਓਕੇ, ਪੰਜਾਬ ਯੂਨੀਵਰਸਿਟੀ ਦੇ ਵਿੱਚ ਵੀ 40-45% ਦੇ ਕਰੀਬ ਪੋਸਟਾਂ ਭਰੀਆਂ ਹੋਈਆਂ ਹਨ, ਬਾਕੀ ਸਭ ਖਾਲੀ ਪਈਆਂ। ਓਕੇ, 1300 ਸਾਡੀ ਸੈਂਕਸ਼ਨ ਸਟਰੈਂਥ ਹੈ, ਮੇਰੇ ਖਿਆਲ ਹੈ 6-650 ਟੀਚਰ ਹੈਗਾ। ਤਾਂ ਇਹ ਕਦੋਂ ਤੋਂ ਪ੍ਰੋਫੈਸਰ ਸਾਹਿਬ ਖਾਲੀ ਇਹ ਲਗਾਤਾਰ ਚੱਲਦਾ ਆ ਰਿਹਾ। ਅੱਛਾ, ਕਿਸੇ ਗਵਰਨਮੈਂਟ ਨੇ ਇਸ ਵੱਲ ਧਿਆਨ ਹੀ ਨਹੀਂ ਦਿੱਤਾ? ਕਿਸੇ ਗਵਰਨਮੈਂਟਾਂ ਨੇ ਧਿਆਨ ਨਹੀਂ ਦਿੱਤਾ। ਗਵਰਨਮੈਂਟ ਕਹਿੰਦੇ ਕੀ ਇਹ ਸਫੈਦ ਹਾਥੀ ਹੈ ਜੀ, ਉਹਨਾਂ ਦਾ ਟੀਚਿੰਗ ਤੇ ਰਿਸਰਚ ਦੇ ਵਿੱਚ ਇੰਟਰਸਟ ਹੀ ਕੋਈ ਨਹੀਂ ਹੈ। ਤੁਸੀਂ ਰਿਸਰਚ ਦੇ ਉੱਪਰ ਹਰ ਚੀਜ਼ ਖੜੀ ਹੈ। ਮੈਂ ਕਿਹਾ ਜੀ ਮੈਂ ਜਿਹੜੀ ਵੀ ਚੀਜ਼ ਆਪਾਂ ਆਲੇ ਦੁਆਲੇ ਨਜ਼ਰ ਆ ਰਹੇ ਹਾਂ ਸਟੂਡੀਓ ਦੇ ਵਿੱਚ, ਹਰ ਚੀਜ਼ ਇੱਕ ਰਿਸਰਚ ਦੀ ਪ੍ਰੋਡਕਟ ਹੈ। ਐਬਸੋਲੂਟਲੀ। ਔਰ ਅਗਰ ਰਿਸਰਚ ਬੰਦ ਹੋ ਜਾਏਗੀ ਤਾਂ ਫਰਦਰ ਜਿਹੜਾ ਹੈਗਾ ਨੌਲੇਜ ਬੰਦ ਹੋ ਜਾਏਗੀ, ਨੌਲੇਜ ਦਾ ਵਿਕਾਸ ਬੰਦ ਹੋ ਜਾਏਗਾ। ਬਿਲਕੁਲ। ਤਾਂ ਯੂਨੀਵਰਸਿਟੀਆਂ ਦੇ ਵਿੱਚ ਰਿਸਰਚ ਤਾਂ ਹੋ ਹੀ ਨਹੀਂ ਰਹੀ। ਇਸ ਕਰਕੇ ਨਹੀਂ ਹੋ ਰਹੀ, ਤੁਹਾਡੇ ਕੋਲ ਟੀਚਰਸ ਨਹੀਂ ਹੈ, ਲੈਬਸ ਨਹੀਂ ਹੈ। ਲੈਬਸ ਜੇ ਹੈਗੀਆਂ ਉਹਨਾਂ ਵਿੱਚ ਮਟੀਰੀਅਲ ਨਹੀਂ ਹੈ, ਤਾਂ ਤੁਸੀਂ ਕਿਸ ਤਰੀਕੇ ਦੇ ਨਾਲ ਯੂਨੀਵਰਸਿਟੀਆਂ ਚਲਾਓਗੇ? ਹਾਇਰ ਐਜੂਕੇਸ਼ਨ ਖੜੀ ਹੈ ਟੀਚਿੰਗ ਤੇ। ਯੂਨੀਵਰਸਿਟੀ ਸਿਰਫ ਟੀਚਿੰਗ ਤੇ ਡਿਗਰੀ ਵਾਸਤੇ ਨਹੀਂ ਹੁੰਦੀ, ਨਾਲ ਰਿਸਰਚ ਵੀ ਹੁੰਦੀ ਹੈ। ਕੀ ਤੁਸੀਂ ਕਿੰਨੇ ਪੇਟੈਂਟ ਪ੍ਰੋਡਿਊਸ ਕਰ ਰਹੇ ਹੋ, ਕਿੰਨੇ ਤੁਸੀਂ ਆਰਟੀਕਲ ਪ੍ਰੋਡਿਊਸ ਕਰ ਰਹੇ ਹੋ, ਤੁਹਾਡੀ ਪ੍ਰੈਜ਼ੈਂਸ ਟੀਚਰਸ ਦੀ ਇੰਟਰਨੈਸ਼ਨਲ ਲੈਵਲ ਤੇ ਕਿੰਨੀ ਹੈਗੀ, ਉਹ ਸਾਰੀਆਂ ਚੀਜ਼ਾਂ ਦੇਖਣੀਆਂ ਹੁੰਦੀਆਂ ਹਨ। ਉਹ ਤਦ ਹੀ ਪੋਸੀਬਲ ਹੈ। ਤੁਸੀਂ ਕੋਰਸ ਤਾਂ ਕਹਿੰਦੇ ਵਧਾਈ ਚੱਲੋ, ਬੱਚੇ ਵੀ ਵੱਧ ਰਹੇ ਹੈ, ਕੋਰਸਿਸ ਵੀ ਵੱਧ ਰਹੇ ਹੈ, ਟੀਚਰ ਦੀ ਬੱਚਿਆਂ ਦੀ ਸਟਰੈਂਥ ਵੀ ਵੱਧ ਰਹੀ ਹੈ, ਲੇਕਿਨ ਟੀਚਰ ਨਹੀਂ ਵੱਧ ਰਿਹਾ। ਬਿਲਕੁਲ, ਜਿਹਦੀ ਵਜ੍ਹਾ ਕਰਕੇ ਸਾਰਾ ਕੁਝ ਹੋ ਰਿਹਾ। ਔਰ ਉਹਦਾ ਇੱਕ ਖਮਿਆਜ਼ਾ ਇਹ ਹੈਗਾ ਕਿ ਯੂਨੀਵਰਸਿਟੀਆਂ ਜਿਹੜੀਆਂ ਹੈਗੀਆਂ ਉਹ ਫੰਡਿੰਗ ਦੀ ਲੈਕ ਆਫ ਫੰਡਿੰਗ ਦੀ ਵਜ੍ਹਾ ਕਰਕੇ ਬਹੁਤ ਕ੍ਰਾਈਸਿਸ 'ਚ ਹੈ, ਫਾਈਨੈਂਸ਼ੀਅਲ ਕ੍ਰਾਈਸਿਸ। ਬੇਸਿਕਲੀ ਤੁਹਾਡੀਆਂ ਗੱਲਾਂ ਤੋਂ ਤਾਂ ਬਿਲਕੁਲ ਕਲੀਅਰ ਇਹ ਲੱਗ ਰਿਹਾ ਕਿ ਇਹ ਖਾਲੀ ਸਲੋਗਨਰਿੰਗ ਆ, ਸਲੋਗਨਸ ਕਹਿ ਲਓ ਜਾਂ ਦਾਅਵੇ ਕਰ ਲਓ ਕਿ ਸਾਡੀ ਯੂਨੀਵਰਸਿਟੀ, ਪੰਜਾਬ ਦੀ ਯੂਨੀਵਰਸਿਟੀ ਅਸੀਂ ਜਾਣ ਨਹੀਂ ਦੇਵਾਂਗੇ। ਇਹ ਉਸੇ ਤਰ੍ਹਾਂ ਜਿਸ ਤਰ੍ਹਾਂ ਦਰਿਆਈ ਪਾਣੀਆਂ ਦੀ ਗੱਲ ਕਰੀ ਜਾਂਦੀ ਆ ਕਿ ਅਸੀਂ ਇੱਕ ਵੀ ਤੁਪਕਾ ਨਹੀਂ ਦੇਵਾਂਗੇ, ਪਰ ਕਰਨਾ ਕੁਛ ਨਹੀਂ। ਦੇਖੋ ਗੱਲ ਇਹ ਹੈਗੀ ਹੈ, ਅਗਰ ਤੁਸੀਂ ਪੰਜਾਬ ਯੂਨੀਵਰਸਿਟੀ ਨੂੰ ਪ੍ਰੋਪਰ ਫੰਡਿੰਗ ਕਰੋਗੇ, ਇਹ ਕਹਿ ਦੇਣਾ ਕਿ ਜੀ ਪੈਸਿਆਂ ਦੀ ਕੋਈ ਕਮੀ ਨਹੀਂ ਹੋਊਗੀ, ਕਮੀ ਕੋਈ ਨਹੀਂ ਹੋਊਗੀ, ਤੁਸੀਂ 40% ਕਮਿਟਮੈਂਟ ਕਰੋ ਆਪਣੀ ਪੂਰੀ। ਤੁਸੀਂ 40% ਪੈਸੇ ਕਮਿਟ ਕੀਤੇ ਹੋਏ ਆ, ਤੁਸੀਂ ਦੇਵੋ 40%, ਅਸੀਂ ਦਿੰਦੇ ਹਾਂ ਜੀ, ਆ ਲਓ। ਹੁਣ ਗੱਲ ਇਹ ਹੈਗੀ ਹੈ, ਪੰਜਾਬ ਯੂਨੀਵਰਸਿਟੀ ਦੇ ਵਿੱਚ ਪੰਜਾਬ ਦਾ ਹੈ ਕਿਆ? ਜਿਹੜਾ ਵਾਈਸ ਚਾਂਸਲਰ ਹੈ ਉਹ ਕੌਣ ਅਪਾਇੰਟ ਕਰਦਾ? ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ, ਯਾਨੀ ਕਿ ਸੈਂਟਰ ਗਵਰਨਮੈਂਟ ਕਰਦੀ ਹੈ। ਪੰਜਾਬ ਦੀ ਜਿਹੜੀ ਪੰਜਾਬ ਯੂਨੀਵਰਸਿਟੀ ਜਿਹੜੀ ਸੈਨੇਟ ਹੈ, ਸੈਨੇਟ ਦੇ ਵਿੱਚ 30-32 ਸੈਨੇਟ ਦੇ ਮੈਂਬਰ ਨੋਮੀਨੇਟ ਹੁੰਦੇ ਆ, ਉਹ ਸੈਂਟਰ ਗਵਰਨਮੈਂਟ ਨੋਮੀਨੇਟ ਕਰਦੀ ਹੈ। ਔਰ ਸਾਡੇ ਕੈਲੰਡਰ 'ਚ ਲਿਖਿਆ ਹੋਇਆ, ਕੈਲੰਡਰ ਸਾਡੇ 3 ਵੋਲੀਅਮ ਹੈ ਕੈਲੰਡਰ, ਜਿਹਦੇ ਥਰੂ ਯੂਨੀਵਰਸਿਟੀ ਚੱਲਦੀ ਹੈ, ਜਿਹਦੇ ਥਰੂ ਉਹ 3 ਕਿਤਾਬਾਂ ਸਮਝ ਲਓ ਸਾਡੀ ਬਾਈਬਲ ਹੈ ਜੀ। ਉਹਦੇ ਵਿੱਚ ਲਿਖਿਆ ਹੋਇਆ ਹੈ ਫॉर ਆਲ ਪ੍ਰੈਕਟੀਕਲ ਪਰਪਸਿਸ ਸੈਂਟਰ ਗਵਰਨਮੈਂਟ ਇਜ਼ ਦਾ ਗਵਰਨਮੈਂਟ ਆਫ ਦਾ ਯੂਨੀਵਰਸਿਟੀ। ਜੇ ਸੈਂਟਰ ਗਵਰਨਮੈਂਟ ਹੈ, ਤੁਸੀਂ ਕਾਹਦੇ ਵਾਸਤੇ ਹੋਗੇ? ਪੰਜਾਬ ਦਾ, ਮੈਂ ਇਸੇ ਕਰਕੇ ਕਹਿ ਰਿਹਾ ਨਾ, ਪੰਜਾਬ ਦੇ ਐਫੀਲੀਏਟਿਡ ਕਾਲਜਸ ਹੈਗੇ ਜੀ, ਉਹ ਪੰਜਾਬ ਦੇ ਐਫੀਲੀਏਟਿਡ ਕਾਲਜ ਹੈ, ਬੱਚੇ ਵੀ ਪੰਜਾਬ ਦੇ ਵਿੱਚੋਂ ਆਉਂਦੇ ਆ, ਹਰਿਆਣੇ 'ਚੋਂ ਵੀ ਬਹੁਤ ਬੱਚੇ ਆਉਂਦੇ ਆ, ਲੇਕਿਨ ਤੁਸੀਂ ਸਟਰੈਂਥ ਦੇਖ ਲਓ, 40 ਤੋਂ 45% ਟੀਚਰ ਜਿਹੜੇ ਹੈਗੇ ਉਹ ਨੌਨ ਪੰਜਾਬੀ ਆ ਉੱਥੇ, ਪੂਰੇ ਇੰਡੀਆ ਦੇ ਵਿੱਚੋਂ ਹੈਗੇ ਆ। ਹਰਿਆਣੇ ਦੇ ਵੀ ਬਹੁਤ ਟੀਚਰ ਹੈਗੇ ਆ, ਹਿਮਾਚਲ ਦੇ ਬਹੁਤ ਟੀਚਰਸ ਹੈਗੇ ਪੰਜਾਬ ਯੂਨੀਵਰਸਿਟੀ ਦੇ ਵਿੱਚ। ਤੁਸੀਂ ਪੰਜਾਬੀ ਦੀ ਗੱਲ ਕੀਤੀ ਹੈ, ਜਿਹੜੇ ਤੁਸੀਂ ਸਟੂਡੈਂਟਸ ਦੱਸਿਆ, ਪਿਛਲੇ ਦਿਨਾਂ ਦੇ ਵਿੱਚ ਬਲਕਿ ਜਦੋਂ ਇਹ ਅੰਡਰ ਗ੍ਰੈਜੂਏਟ ਕਲਾਸਿਸ ਲਈ ਪੰਜਾਬੀ ਨੂੰ ਕੰਪਲਸਰੀ ਸਬਜੈਕਟ ਤੋਂ ਵਿਡਰਾ ਕਰ ਲੈਣਾ, ਹਾਲਾਂਕਿ ਬਾਅਦ ਦੇ ਵਿੱਚ ਯੂਨੀਵਰਸਿਟੀ ਦੀ ਇੱਕ ਕਲੈਰੀਫਿਕੇਸ਼ਨ ਵੀ ਆਉਂਦੀ ਆ, ਉਸ ਨੂੰ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਹੋ? ਦੇਖੋ, ਇੱਦਾਂ ਇੱਕ ਲੰਬੀ ਡਿਮਾਂਡ ਸੀਗੀ ਕਿ ਪੰਜਾਬੀ ਕੰਪਲਸਰੀ ਕੀਤੀ ਜਾਵੇ ਜੀ। ਪੰਜਾਬੀ ਯੂਨੀਵਰਸਿਟੀ ਪਟਿਆਲੇ 'ਚ ਵੀ ਕੰਪਲਸਰੀ, ਜਿਹੜੇ ਐਫੀਲੀਏਟਿਡ ਕਾਲਜ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵੀ ਜਿਹੜਾ ਅੰਡਰ ਗ੍ਰੈਜੂਏਟ ਲੈਵਲ, ਜੀ ਜੀ, ਯਾਨੀ ਕਿ ਜਿਹੜੇ BA ਕਰਦੇ ਆ, BSc ਕਰਦੇ ਆ, ਉਹਨਾਂ ਨੂੰ ਇਹ ਕਿਹਾ ਗਿਆ ਕਿ ਜਿਨ੍ਹਾਂ ਨੇ +2 ਤੱਕ ਪੰਜਾਬੀ ਨਹੀਂ ਪੜ੍ਹੀ ਹੈ, ਉਹ ਹਿਸਟਰੀ ਐਂਡ ਕਲਚਰ ਆਫ ਪੰਜਾਬ ਪੜ੍ਹ ਸਕਦੇ ਆ ਐਜ਼ ਐਨ ਆਲਟਰਨੇਟਿਵ ਸਬਜੈਕਟ। ਤੇ ਬੜੀ ਲੰਬੀ ਚੌੜੀ ਲੜਾਈ ਚੱਲੀ, ਟੈਰਰਿਜ਼ਮ ਦਾ ਦੌਰ ਸੀਗਾ, ਔਰ ਇਨਸੀਡੈਂਟਲੀ ਉਸ ਮੀਟਿੰਗ ਦੇ ਵਿੱਚ ਮੈਂ ਵੀ ਸ਼ਾਮਿਲ ਸੀਗਾ। ਸਾਡੀ ਇੱਕ ਐਕੈਡੈਮਿਕ ਕੌਂਸਲ ਹੈ, ਉਹਦਾ ਮੈਂ ਮੈਂਬਰ ਸੀਗਾ, ਤੇ ਉਸ ਵੇਲੇ ਇਹ ਜਿਹੜੀ ਹੈਗੀ ਹੈ ਪੰਜਾਬੀ ਕੰਪਲਸਰੀ ਕੀਤੀ ਗਈ। ਹੁਣ ਉਹ ਚੱਲਦੀ ਆ ਰਹੀ ਹੈ, ਜਦ ਤੋਂ ਚੱਲਦੀ ਆ ਰਹੀ ਹੈ। ਹੁਣ ਕੀ ਹੋਇਆ, ਨਿਊ ਐਜੂਕੇਸ਼ਨ ਪਾਲਿਸੀ ਆ ਗਈ।
ਪੰਜਾਬ ਯੂਨੀਵਰਸਿਟੀ ਨੇ ਨਿਊ ਐਜੂਕੇਸ਼ਨ ਪਾਲਿਸੀ ਲਾਗੂ ਕਰਤੀ, ਜਿਹਦੇ ਵਿੱਚ 4 ਸਾਲ ਦੀ BA ਹੋਏਗੀ, ਪਹਿਲਾਂ 3 ਸਾਲ ਦੀ ਸੀ ਜੀ ਬਿਲਕੁਲ। ਉਹਦੇ ਵਿੱਚ ਕੁਝ ਸਬਜੈਕਟ ਐਸੇ ਹੈ ਇਨਕਲੂਡਿੰਗ ਪੰਜਾਬੀ, ਉਹ ਕਹਿੰਦੇ ਜੀ ਇਹ ਜਿਹੜੀ ਹੈਗੀ ਐਜ਼ ਏ ਸਬਸਿਡਰੀ ਜਾਂ ਐਡੀਸ਼ਨਲ ਸਬਜੈਕਟ ਪੜ੍ਹਾਇਆ ਜਾਏਗਾ ਐਡ ਔਨ ਵਾਂਗੋ, ਤੇ ਸਭ ਸਾਲ ਵਾਸਤੇ 2 ਸਾਲ ਵਾਸਤੇ ਪੜ੍ਹਾਇਆ ਜਾਊਗਾ। ਹੁਣ ਗੱਲ ਇਹ ਹੈਗੀ ਹੈ ਸਾਲ 2 ਸਾਲ ਵਾਸਤੇ ਜੇ ਤੁਸੀਂ ਪੜ੍ਹਾਓਗੇ ਤਾਂ ਪੰਜਾਬੀ ਦੀਆਂ ਪੋਸਟਾਂ ਤਾਂ ਸਾਰੀਆਂ ਖਤਮ ਹੋ ਗਈਆਂ, ਜਾਂ ਜਿਹੜੇ ਟੀਚਰ ਪੰਜਾਬੀ ਦੇ ਕੰਮ ਕਰ ਰਹੇ ਹੈ ਕਾਲਜਾਂ ਦੇ ਵਿੱਚ ਉਹ ਸਰਪਲਸ ਹੋ ਜਾਣਗੇ, ਕਿਉਂਕਿ ਉਹਨਾਂ ਦੇ ਉਹ ਘਟ ਜਾਣਗੇ ਕੋਰਸਿਸ। ਤਾਂ ਇਸ ਕਰਕੇ ਜਿਸ ਵੇਲੇ ਰੌਲਾ ਪਿਆ, ਫਿਰ ਯੂਨੀਵਰਸਿਟੀ ਨੇ ਕਲੈਰੀਫਿਕੇਸ਼ਨ ਦਿੱਤੀ ਕਿ ਨਹੀਂ ਜੀ ਅਸੀਂ ਪੰਜਾਬੀ ਕੰਪਲਸਰੀ ਰੱਖਾਂਗੇ, ਔਰ ਹੁਣ ਇਹ ਪਤਾ ਨਹੀਂ 4 ਸਾਲ ਤੱਕ ਰੱਖਣਗੇ ਕਿ 3 ਸਾਲ ਤੱਕ ਰੱਖਣਗੇ, ਲੇਕਿਨ ਪੰਜਾਬੀ ਹਜੇ ਤੱਕ ਕਿਉਂਕਿ 1 ਸਾਲ ਦਾ ਕੋਰਸ ਬਣਿਆ ਨਵੀਂ ਐਜੂਕੇਸ਼ਨ ਪਾਲਿਸੀ ਦੇ ਮੁਤਾਬਕ, ਅਗਲੇ ਸਾਲ ਦੂਜਾ ਸਾਲ ਆਏਗਾ ਤੇ ਉਹਦੇ ਅਗਲੇ ਸਾਲ ਤੀਜਾ, ਫਿਰ ਚੌਥਾ। ਬਿਲਕੁਲ ਪ੍ਰੋਫੈਸਰ, ਪਿਛਲੇ ਦਿਨਾਂ ਦੇ ਵਿੱਚ ਐਕਸਾਈਜ਼ ਇੰਸਪੈਕਟਰਸ ਦਾ ਟੈਸਟ ਹੋਇਆ, ਰਿਟਨ ਟੈਸਟ, ਔਰ ਤੁਹਾਨੂੰ ਜਾਣ ਕੇ ਹੈਰਾਨੀ ਹੋਊਗੀ ਕਿ 17,000 ਤੋਂ ਵੀ ਵੱਧ ਉਹ 'ਚ ਜਿਹੜੇ ਕੈਂਡੀਡੇਟਸ ਅਪੀਅਰ ਹੋਏ ਉਹ 50% ਮਾਰਕਸ ਨਹੀਂ ਲੈ ਸਕੇ ਪੰਜਾਬੀ ਦੇ ਵਿੱਚ, ਇਜ਼ ਕੰਪਲਸਰੀ। ਜੀ। ਸੋ ਇਹ ਜਿਹੜੀਆਂ ਚੀਜ਼ਾਂ, ਈਵਨ ਕਿ ਤੁਸੀਂ 10th ਕਲਾਸ ਦੇ ਐਗਜ਼ਾਮ ਦੇਖੋ, 12th ਕਲਾਸ ਦੇ ਵਿੱਚ ਐਗਜ਼ਾਮ ਦੇਖੋ, ਬੱਚੇ ਫੇਲ ਹੋ ਰਹੇ ਆ। ਦੇਖੋ ਨਿਊ ਐਜੂਕੇਸ਼ਨ ਪਾਲਿਸੀ ਵੀ ਕਹਿੰਦੀ ਹੈ ਕਿ ਲੋਕਲ ਰੀਜਨਲ ਲੈਂਗੁਏਜਸ ਨੂੰ ਪ੍ਰਮੋਟ ਕਰੋ ਜੀ, ਤੇ ਪੰਜਾਬੀ ਨੂੰ ਪ੍ਰਮੋਟ ਕਰਨਾ ਚਾਹੀਦਾ, ਔਰ ਹਰ ਸਟੇਟ ਆਪਣੀ ਲੈਂਗੁਏਜ ਪ੍ਰਮੋਟ, ਗੁਜਰਾਤ ਚਲੇ ਜਾਓ ਗੁਜਰਾਤੀ ਪ੍ਰਮੋਟ ਹੋ ਰਹੀ ਹੈ, ਬੰਗਾਲ ਚਲੇ ਜਾਓ ਬੰਗਾਲੀ ਪ੍ਰਮੋਟ ਹੋ ਰਹੀ ਹੈ, ਮਹਾਰਾਸ਼ਟਰ ਹੈ, ਤਾਮਿਲਨਾਡੂ ਹੈ, ਕੇਰਲਾ ਹੈ ਗਿਆ, ਹਰ ਜਗ੍ਹਾ ਆਪਣਾ ਹੈਗਾ, ਤਾਂ ਅਸੀਂ ਪੰਜਾਬੀ ਕਿਉਂ ਨਹੀਂ ਪ੍ਰਮੋਟ? ਮੈਂ ਇੱਥੇ ਤੁਹਾਨੂੰ ਸਵਾਲ ਪੁੱਛਣਾ ਚਾਹੁੰਦਾ, ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੇ, ਜਿਹੜੇ ਬਾਕੀ ਵੀ ਕਈ ਤਾਮਿਲਨਾਡੂ 'ਚ ਆਇਆ, ਮਹਾਰਾਸ਼ਟਰ 'ਚ ਆਇਆ, ਉਹਨਾਂ ਨੇ ਕਿਹਾ ਕਿ ਜਿਹੜੇ ਸਾਈਨ ਬੋਰਡਸ ਆ ਸਾਡੇ, ਜਿਹੜੇ ਸ਼ਾਪਸ 'ਤੇ ਲੱਗਦੇ ਆ ਜਾਂ ਇਸ ਤਰ੍ਹਾਂ, ਇਹਨਾਂ ਨੂੰ ਪਹਿਲ ਦੇ ਆਧਾਰ 'ਤੇ ਅਸੀਂ ਸਭ ਤੋਂ ਉੱਪਰ ਪੰਜਾਬੀ ਲਿਖਾਂਗੇ, ਉਸ ਤੋਂ ਬਾਅਦ ਤੁਸੀਂ ਜਿਹੜੀ ਮਰਜ਼ੀ ਲੈਂਗੁਏਜ ਲਿਖ ਸਕਦੇ ਹੋ। ਤੁਸੀਂ ਇੰਸਟੀਚਿਊਟ 'ਚ ਪੰਜਾਬੀ ਪ੍ਰਮੋਟ ਨਹੀਂ ਕਰ ਰਹੇ, ਸਿਰਫ ਇਹ ਬੋਰਡਸ 'ਤੇ ਲੱਗ ਕੇ ਪੰਜਾਬੀ ਪ੍ਰਮੋਟ ਹੋ ਜਾਏਗੀ? ਦੇਖੋ ਇੱਦਾਂ ਹੈ ਕਿ ਆਮ ਤੌਰ ਪਰ ਜਿੰਨੇ ਵੀ ਸਟੇਟਸ ਦੇ ਵਿੱਚ ਚਲੇ ਜਾਈਏ, ਕਈ ਸਟੇਟ ਤਾਂ ਐਸੇ ਹੈ ਜਿੱਥੇ ਹੋਰ ਕੋਈ ਲੈਂਗੁਏਜ ਉਹ ਲਿਖਦੇ ਹੀ ਨਹੀਂ, ਸਿਰਫ ਆਪਣੀ ਲੈਂਗੁਏਜ ਲਿਖਦੇ ਆ, ਤੁਹਾਨੂੰ ਬੜਾ ਮੁਸ਼ਕਿਲ ਹੋ ਜਾਂਦਾ ਪੜ੍ਹਨਾ। ਅਸੀਂ ਇਸ ਕਰਕੇ ਅੰਗਰੇਜ਼ੀ ਪਹਿਲਾਂ ਉੱਪਰ ਲਿਖਦੇ ਸੀਗੇ, ਪੰਜਾਬੀ ਥੱਲੇ ਲਿਖਦੇ ਸੀਗੇ, ਹੁਣ ਪੰਜਾਬੀ ਉੱਪਰ ਲਿਖਣ ਲੱਗ ਜਾਓ, ਇੰਗਲਿਸ਼ ਨੀਚੇ ਲਿਖਣ ਲੱਗ ਜਾਓ, ਲੇਕਿਨ ਪੰਜਾਬੀ ਹੋਣੀ ਚਾਹੀਦੀ ਹੈ ਬੋਰਡ ਦੇ ਉੱਪਰ। ਇਹਦਾ ਇਹ ਮਤਲਬ ਨਹੀਂ ਹੈ ਕਿ ਉਹਦੇ ਨਾਲ ਪੰਜਾਬੀ ਪ੍ਰਮੋਟ ਹੋਏਗੀ, ਲੇਕਿਨ ਐਟ ਦ ਸੇਮ ਟਾਈਮ ਪੰਜਾਬੀ ਦੇ ਵਿੱਚ ਅਗਰ ਬੋਰਡ ਲਿਖੇ ਹੋਣਗੇ ਤਾਂ ਘੱਟੋ ਘੱਟ ਇਹ ਲੱਗਦਾ ਹਾਂ ਵੀ ਪੰਜਾਬ ਦੇ ਵਿੱਚ ਘੱਟੋ ਘੱਟ ਪੰਜਾਬੀ ਦੇ ਵਿੱਚ ਲਿਖਿਆ ਹੋਇਆ, ਲੋਕ ਸਾਰੇ ਪੜ੍ਹਦੇ ਹੈ। ਇਸ ਕਰਕੇ ਪੰਜਾਬੀ ਨੂੰ ਮੁੱਖ ਰੱਖ ਕੇ ਹੀ ਜਿਹੜੀਆਂ ਯੂਨੀਵਰਸਿਟੀਆਂ ਹੈਗੀਆਂ, ਪੰਜਾਬੀ ਯੂਨੀਵਰਸਿਟੀ ਤਾਂ ਬਣੀ ਹੀ ਪੰਜਾਬੀ ਕਰਕੇ ਸੀਗੀ, ਪੰਜਾਬੀ ਨੂੰ ਪ੍ਰਮੋਟ ਕਰਨ ਵਾਸਤੇ ਬਣੀ ਸੀਗੀ, ਤਾਂ ਇਸ ਕਰਕੇ ਪੰਜਾਬੀ ਨੂੰ ਪ੍ਰਮੋਟ ਕਰਨਾ ਚਾਹੀਦਾ, ਔਰ ਪੰਜਾਬੀ ਕੰਪਲਸਰੀ ਰਹਿਣੀ ਚਾਹੀਦੀ ਹੈ ਅੰਡਰ ਗ੍ਰੈਜੂਏਟ ਲੈਵਲ 'ਤੇ, ਤਾਂ ਕਿ ਬੱਚਾ ਜਿਹੜਾ ਹੈਗਾ ਉਹ ਪੰਜਾਬੀ ਸਿੱਖ ਕਰੇ, ਪੰਜਾਬੀ ਨੂੰ ਪ੍ਰਮੋਟ, ਪੰਜਾਬੀ ਕਿਉਂਕਿ ਅਸੀਂ ਆਪ ਪੰਜਾਬੀ ਤੋਂ ਦੂਰ ਹੁੰਦੇ ਜਾ ਰਹੇ ਹਾਂ ਜੀ, ਉਸ ਚੀਜ਼ ਨੂੰ ਘਟਾਉਣਾ ਚਾਹੀਦਾ, ਔਰ ਪੰਜਾਬੀ ਭਾਸ਼ਾ, ਪੰਜਾਬੀ ਬੋਲੀ, ਪੰਜਾਬੀ ਲਿਪੀ, ਉਸ ਚੀਜ਼ ਨੂੰ ਪ੍ਰਮੋਟ ਕਰਨਾ ਚਾਹੀਦਾ। ਵਾਪਸ ਆਉਂਦੇ ਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਤੇ। ਹੁਣੇ ਪਿਛਲੇ ਦਿਨਾਂ ਦੇ ਵਿੱਚ ਇੱਕ ਰੇਟਿੰਗ ਆਈ ਹੈ ਜਿਹਨੂੰ ਅਸੀਂ ਨੈਸ਼ਨਲ ਇੰਸਟੀਟਿਊਸ਼ਨਲ ਰੇਟਿੰਗ ਫਰੇਮਵਰਕ ਕਹਿੰਦੇ ਆ ਜੀ। ਉਹਦੇ ਵਿੱਚ ਜਿਹੜੀ ਯੂਨੀਵਰਸਿਟੀ ਕਿਸੇ ਟਾਈਮ 30ਵੇਂ 34ਵੇਂ ਨੰਬਰ 'ਤੇ ਸੀ, ਸਡਨਲੀ ਅਸੀਂ ਦੇਖ ਰਹੇ ਹਾਂ 44ਵੇਂ ਨੰਬਰ 'ਤੇ ਆ ਗਈ। ਠੀਕ ਆ, ਫੰਡਿੰਗ ਬੰਦ ਹੋ ਰਹੀ ਹੈ ਜਾਂ ਹੋਰ ਚੀਜ਼ਾਂ, ਰਿਸਰਚਿਸ ਜਿਹੜੀਆਂ ਘਟ ਗਈਆਂ ਨੇ, ਕਿ ਇਹੀ ਕਾਰਨ ਆ ਕਿ ਇਹ ਯੂਨੀਵਰਸਿਟੀ ਦਾ ਜਿਹੜਾ ਸਤਰ ਆ ਉਹ ਇੰਨਾ ਨੀਚੇ ਡਿੱਗ ਪਿਆ? ਦੇਖੋ ਕਈ ਫੈਕਟਰ ਇਹਦੇ ਵਿੱਚ ਕਾਊਂਟ ਕਰਦੇ ਆ ਜੀ। ਫੰਡਿੰਗ ਇੱਕ ਫੈਕਟਰ ਹੈ, ਸਟਾਫ ਦੀ ਜਾਂ ਟੀਚਰਸ ਦੀ ਕਮੀ ਇੱਕ ਫੈਕਟਰ ਹੈਗੀ ਹੈ, ਲੇਕਿਨ ਇਹਦੇ ਵਿੱਚ ਟੀਚਰਸ ਦੀ ਕਮਿਟਮੈਂਟ ਵੀ ਹੈ। ਓਕੇ, ਕਿਆ ਟੀਚਰ ਰਿਸਰਚ ਵਰਕ ਪ੍ਰੋਡਿਊਸ ਕਰ ਰਹੇ ਹਨ? ਕਿਆ ਟੀਚਰ ਜਿਹੜੇ ਹੈਗੇ ਆ ਉਹ ਆਪਣੀ ਡਿਊਟੀ ਠੀਕ ਨਿਭਾ ਰਹੇ ਹਨ? ਅਲਟੀਮੇਟਲੀ यूनिवर्सिटी चला कौन रहा है? टीचर चला रहे हैं। सैनेट कौन है? मैक्सिमम टीचर्स हैं। सिंडिकेट कौन है? मैक्सिमम टीचर्स हैं। उसके बाद टीचर्स ही बॉडीज़ ਦੇ ਵਿੱਚ ਹੈ, टीचर्स ही कमेटियां ਦੇ ਵਿੱਚ ਹੈ, टीचर्स ही रजिस्ट्रार हमेशा टीचर ਹੁੰਦਾ, आम तौर पर टीचर ਹੁੰਦਾ रजिस्ट्रार। DUI ਜਿਹੜਾ ਨੈਕਸਟ ਟੂ ਵਾਈਸ ਚਾਂਸਲਰ ਹਮੇਸ਼ਾ ਟੀਚਰ ਹੁੰਦਾ, ਸੀਨੀਅਰ ਮੋਸਟ ਪ੍ਰੋਫੈਸਰ ਹੁੰਦਾ। ਤਾਂ ਟੀਚਰਸ ਜਦ ਚਲਾ ਰਹੇ ਆ ਯੂਨੀਵਰਸਿਟੀ ਨੂੰ, ਉਹਦੇ ਨਾਲ ਯੂਨੀਵਰਸਿਟੀ ਦੀ ਅਗਰ ਰੇਟਿੰਗ ਘਟਦੀ ਹੈ ਤਾਂ ਇਹਦੀ ਰਿਫਲੈਕਸ਼ਨ ਜਿਹੜੀ ਹੈਗੀ ਹੈ ਉਹ ਵਾਈਸ ਚਾਂਸਲਰ ਦੇ ਉੱਪਰ ਵੀ ਹੈ, ਉਹ ਡੀਨ ਰਿਸਰਚ ਦੇ ਉੱਪਰ ਵੀ ਹੈ, ਉਹ DUI ਦੇ ਉੱਪਰ ਵੀ ਹੈ, ਉਹ ਟੀਚਰਸ ਦੇ ਉੱਪਰ ਵੀ ਹੈ ਜੀ। ਕਿਉਂਕਿ ਕਿਸੇ ਨੇ ਬਾਹਰੋਂ ਆ ਕੇ ਤੁਹਾਡੀ ਰੇਟਿੰਗ ਨਹੀਂ ਉੱਪਰ ਕਰਨੀ, ਰੇਟਿੰਗ ਤੁਸੀਂ ਆਪ ਉੱਪਰ ਕਰਨੀ ਹੈ। ਅਗਰ ਕਿਸੇ ਜਗ੍ਹਾ ਘਟਦੀ ਹੈ ਫਿਰ ਤੁਸੀਂ 20 ਤਰ੍ਹਾਂ ਦੇ ਉਹ ਬਹਾਨੇਬਾਜ਼ੀ ਸ਼ੁਰੂ ਹੋ ਜਾਂਦੀ ਹੈ ਜੀ ਕਿ ਇਹ ਇਸ ਕਰਕੇ ਹੋ ਗਿਆ, ਇਸ ਕਰਕੇ ਹੋ ਗਿਆ, ਪਰ ਕਿਉਂ ਹੋ ਗਿਆ ਉਹਦੇ ਵਾਸਤੇ ਜ਼ਿੰਮੇਵਾਰੀਆਂ ਫਿਕਸ ਹੋਣੀਆਂ ਚਾਹੀਦੀਆਂ ਹਨ। ਇਹ ਨਹੀਂ ਹੈ ਕਿ ਔਰ ਇੱਕ ਹੋਰ ਗੱਲ ਹੈ, ਪੰਜਾਬ ਦੇ ਵਿੱਚੋਂ ਤਾਂ ਹੈ ਹੀ ਬਹੁਤ ਘੱਟ ਇੰਸਟੀਟਿਊਸ਼ਨ ਜਿਹੜੇ ਰੇਟਿੰਗ ਦੇ ਵਿੱਚ ਆਉਂਦੇ ਹਨ।
ਜਿਸ ਵੇਲੇ ਵੀ ਤੁਸੀਂ ਕਿਸੇ ਵੀ ਯੂਨੀਵਰਸਿਟੀ 'ਚ ਐਡਮਿਸ਼ਨ ਲੈਂਦੇ ਹੋ ਥਰੂ ਆਊਟ ਦ ਵਰਲਡ, ਪਹਿਲਾਂ ਤੁਸੀਂ ਦੇਖਦੇ ਹੋ ਵੀ ਇਹਦੀ ਰੇਟਿੰਗ ਕੀ ਹੈ, ਉਹਦੇ ਮੁਤਾਬਕ ਤੁਸੀਂ ਦੇਖਦੇ ਹੋ ਇੱਥੇ ਐਡਮਿਸ਼ਨ ਮਿਲੇਗੀ, ਲੈਣੀ ਚਾਹੀਦੀ ਹੈ ਜਾਂ ਨਹੀਂ ਲੈਣੀ ਚਾਹੀਦੀ। ਤੇ ਸਾਡੇ ਕੀ ਹੈ, ਇੰਜੀਨੀਅਰਿੰਗ ਦੇ ਵਿੱਚੋਂ ਥਾਪਰ ਜਿਹੜਾ ਹੈਗਾ ਉਹ ਇੱਕ ਰੇਟਿੰਗ ਦਾ ਹੈ, ਜਾਂ IIT ਰੋਪੜ ਹੈ ਜੀ। ਪੰਜਾਬ ਯੂਨੀਵਰਸਿਟੀ ਦੀ ਰੇਟਿੰਗ ਸੀ, ਕਿਸੇ में बड़ी अच्छी ਰੇਟਿੰਗ ਸੀਗੀ, ਲੇਕਿਨ ਹੁਣ ਘਟਦੀ ਚਲੀ ਜਾ ਰਹੀ ਹੈ। ਇਹ ਪੰਜਾਬ ਯੂਨੀਵਰਸਿਟੀ ਨੂੰ, ਪੰਜਾਬ ਯੂਨੀਵਰਸਿਟੀ ਜਿਹੜੇ ਅਧਿਕਾਰੀਗਣ ਹੈ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਕਿਸ ਤਰੀਕੇ ਦੇ ਨਾਲ ਕੀਤਾ ਜਾਵੇ। ਹੁਣ ਦੇਖੋ ਤੁਸੀਂ ਪੰਜਾਬ ਦੀ ਜਦੋਂ ਗੱਲ ਕਰੀਏ ਜੀ, ਸਾਡੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਕਿਸੇ ਰੇਟਿੰਗ 'ਚ ਨਹੀਂ ਆ ਰਹੀ, ਤੇ ਜਦਕਿ ਜਿਹੜੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਆ ਉਹ 87ਵੇਂ ਨੰਬਰ ਤੇ ਚਲੀ ਗਈ ਹੈ। ਦੇਖੋ ਉਹੀ ਮੈਂ ਕਹਿ ਰਿਹਾ ਨਾ ਕਿ ਯੂਨੀਵਰਸਿਟੀਆਂ ਨੂੰ ਅਗਰ ਗਵਰਨਮੈਂਟ ਨੰਬਰ 1 ਗਵਰਨਮੈਂਟ ਫੰਡਿੰਗ ਪ੍ਰੋਪਰ ਕਰੇ, ਨੰਬਰ 2 ਜੇ ਪ੍ਰੋਪਰ ਫੰਡਿੰਗ ਕਰੇ ਤਾਂ ਅਕਾਊਂਟੇਬਿਲਿਟੀ ਵੀ ਫਿਰ ਅਕਾਊਂਟੇਬਿਲਿਟੀ ਕਿ ਭਾਈ ਸਾਹਿਬ ਤੁਹਾਨੂੰ ਪੈਸਾ ਅਸੀਂ ਪੂਰਾ ਦੇ ਰਹੇ ਹਾਂ ਤਾਂ ਫਿਰ ਵੀ ਇਹ ਕਿਉਂ ਹੈ। ਜਦ ਤੁਸੀਂ ਆਪਣੇ ਵੱਲੋਂ ਹੀ ਪੈਸੇ ਨਹੀਂ ਦੇ ਰਹੇ ਤਾਂ ਫਿਰ ਠੀਕ ਹੈ। ਟੀਚਰ ਜਿਹੜੇ ਹੈਗੇ ਆ, ਤੁਹਾਨੂੰ ਮੈਂ ਦੱਸਦਾ ਮੇਰੇ ਆਪਣੇ ਡਿਪਾਰਟਮੈਂਟ ਦੇ ਵਿੱਚ ਜਿਸ ਵੇਲੇ ਮੈਨੇ ਜੁਆਇਨ ਕੀਤਾ ਹੈ 48 ਰੈਗੂਲਰ ਟੀਚਰ ਸੀਗੇ, ਔਰ ਅੱਜ ਜਿਹੜੇ ਹੈਗੇ 13 ਜਾਂ 14 ਹੈ, ਬਾਕੀ ਸਾਰੇ ਗੈਸਟ ਫੈਕਲਟੀ ਹੈ। ਗੈਸਟ ਫੈਕਲਟੀ ਮੇਕ ਸ਼ਿਫਟ ਅਰੇਂਜਮੈਂਟ ਹੈ, ਜਾਂ ਬਸ ਮੇਕ ਸ਼ਿਫਟ ਅਰੇਂਜਮੈਂਟ ਹੈ। ਤਾਂ ਉਹਦੇ ਵਿੱਚ ਜਿਹੜਾ ਗੈਸਟ ਫੈਕਲਟੀ ਹੈ ਉਹ ਰਿਸਰਚ ਕਿੱਥੋਂ ਕਰੂਗਾ? ਉਹਨੂੰ ਤਾਂ ਇਹ ਵੀ ਮੈਂ ਅਗਲੇ ਸਾਲ ਮੈਨੂੰ ਨੌਕਰੀ ਜਿਹੜੀ ਹੈਗੀ ਮੇਰੀ ਕੰਟੀਨਿਊ ਰਹਿ ਲਵੇ, ਜੋ ਉਹਨੂੰ 25,000 50,000 ਰੁਪਏ ਮਿਲਦਾ ਹੁਣ 50,000 ਹੋ ਗਿਆ। ਤਾਂ ਇਸ ਸਿਚੁਏਸ਼ਨ ਦੇ ਵਿੱਚ ਤਾਂ ਫਿਰ ਅਕੈਡਮਿਕ ਇੰਸਟੀਟਿਊਸ਼ਨ ਨਹੀਂ ਬਿਲਡ ਹੋ ਸਕਦੇ। ਉਹਦੇ ਵਾਸਤੇ ਤਾਂ ਗਵਰਨਮੈਂਟਾਂ ਨੂੰ ਵੀ ਔਰ ਜਿਹੜੇ ਇੰਸਟੀਟਿਊਸ਼ਨ ਨੂੰ ਚਲਾ ਰਹੇ ਆ ਉਹਨਾਂ ਨੂੰ ਵੀ ਇਸ ਚੀਜ਼ ਦਾ ਧਿਆਨ ਰੱਖਣਾ ਪਏਗਾ। ਪ੍ਰੋਫੈਸਰ ਸਾਹਿਬ ਇੱਕ ਬਹੁਤ ਇੰਪੋਰਟੈਂਟ ਕੁਐਸਚਨ ਇਹ ਆ ਜੀ, ਤੁਸੀਂ ਜਿਸ ਤਰ੍ਹਾਂ ਪਹਿਲਾਂ ਵੀ ਜ਼ਿਕਰ ਕੀਤਾ ਔਰ ਯੂ ਆਰ ਐਬਸੋਲੂਟਲੀ ਰਾਈਟ, ਗਵਰਨਰ ਹੈਜ਼ ਨੋ ਰਾਈਟ ਟੂ ਕਾਲ ਦ ਮੀਟਿੰਗ। ਦੋਨਾਂ ਮੁੱਖ ਮੰਤਰੀਆਂ ਨੂੰ ਬੁਲਾ ਕੇ ਮੀਟਿੰਗ ਕਰਾਉਣੀ, ਕਿਤੇ ਇਹ ਤਾਂ ਨਹੀਂ ਕਿ ਜਿਸ ਤਰ੍ਹਾਂ ਇਸ ਤਰ੍ਹਾਂ ਪੂਰੇ ਭਾਰਤ ਦੇ ਵਿੱਚ ਦੇਖਿਆ ਜਾ ਰਿਹਾ ਕਿ ਜਿਹੜੇ ਸਾਡੇ ਐਜੂਕੇਸ਼ਨ ਇੰਸਟੀਟਿਊਟਸ ਨੇ, ਯੂਨੀਵਰਸਿਟੀਜ਼ ਨੇ, ਉਹਨਾਂ ਦੀ ਸੈਫਨਾਈਜੇਸ਼ਨ ਹੋ ਰਹੀ ਆ। ਕਿਤੇ ਇਹ ਸਿਰਫ ਫੰਡਿੰਗ ਨੂੰ ਲੈ ਕੇ ਇਹ ਜਿਵੇਂ ਕਹਿੰਦੇ ਹੁੰਦੇ ਕੰਨ ਉਸ ਪਾਸੇ ਤੋਂ ਨਹੀਂ ਫੜਿਆ ਜਾ ਰਿਹਾ ਕਿ ਚਲੋ ਕੰਟਰੋਲ ਵੀ ਕਰੋ ਔਰ ਸੈਫਨਾਈਜੇਸ਼ਨ ਵੀ ਕਰੋ। ਜਿਹੜੀ ਵੀ ਅਗਰ ਦੇਖੋ ਇਸ ਵੇਲੇ ਸਿਚੁਏਸ਼ਨ ਹੈਗੀ ਹੈ ਪੂਰੇ ਇੰਡੀਆ ਦੇ ਵਿੱਚ, ਜਿੱਥੇ ਜਿੱਥੇ ਆਪੋਜੀਸ਼ਨ ਦੀਆਂ ਸਰਕਾਰਾਂ ਨੇ ਉੱਥੇ ਗਵਰਨਰ ਕਾਫੀ ਜ਼ਿਆਦਾ ਇੰਟਰਫੇਅਰ ਕਰ ਰਹੇ ਹਨ। ਐਗਜ਼ੈਕਟਲੀ। ਤੁਸੀਂ ਦੇਖੋ ਮੈਂ ਉਸ ਇਸ਼ੂ ਦੇ ਵਿੱਚ ਜਾਣਾ ਨਹੀਂ ਕਿ ਗਵਰਨਰ ਦੀ ਜਿਹੜੀ ਹੈਗੀ ਹੈ ਫੇਰੀ ਰੋਜ਼ ਬਾਰਡਰ ਏਰੀਆ ਦੇ ਵਿੱਚ ਹੋ ਜਾਂਦੀ ਹੈ ਵਗੈਰਾ ਵਗੈਰਾ, ਮੈਂ ਉਹ ਵਿਸ਼ਾ ਨਹੀਂ ਹੈ, ਲੇਕਿਨ ਇਹ ਵਿਸ਼ਾ ਨਹੀਂ ਹੈ ਜੀ। ਪਰ ਡੈਫੀਨੇਟਲੀ ਗਵਰਨਰ ਜਿਹੜਾ ਹੈਗਾ ਉਹ ਇੱਕ ਕਨਸਟੀਟਿਊਸ਼ਨਲ ਪੋਜੀਸ਼ਨ ਹੈ। ਅਗਰ ਗਵਰਨਰ ਨੇ ਇੰਨਾ ਹੀ ਐਕਟਿਵ ਹੋਣਾ ਹੈ ਫਿਰ ਜਿਹੜੀ ਇਲੈਕਟਿਡ ਗਵਰਨਮੈਂਟ ਹੈ ਉਹ ਕਾਹਦੇ ਵਾਸਤੇ ਹੈ? ਐਗਜ਼ੈਕਟਲੀ। ਉਹਨਾਂ ਨੇ ਜਿਨ੍ਹਾਂ ਨੇ ਵੋਟਾਂ ਲੈਤੀਆਂ, ਲੋਕਾਂ ਨੇ ਉਹਨੂੰ ਦਿੱਤਾ ਹੈ ਗਵਰਨਰ ਜਿਹੜਾ ਹੈਗਾ ਉਹ ਤਾਂ ਸੈਂਟਰ ਗਵਰਨਮੈਂਟ ਦਾ ਇੱਕ ਏਜੰਟ ਦੇ ਰੂਪ ਦੇ ਵਿੱਚ ਜਾਂ ਉਹਨਾਂ ਦਾ ਇੱਕ ਰਿਪਰੈਜ਼ੈਂਟੇਟਿਵ ਦੇ ਰੂਪ ਦੇ ਵਿੱਚ ਬੈਠਾ ਹੈ। ਹੁਣ ਯੂਨੀਵਰਸਿਟੀਆਂ ਦੀ ਜਿੱਥੇ ਤੱਕ ਗੱਲ ਹੈ, ਕਿਉਂਕਿ ਯੂਨੀਵਰਸਿਟੀਆਂ ਦਾ ਚਾਂਸਲਰ ਜਿਹੜਾ ਹੈਗਾ ਗਵਰਨਰ ਹੁੰਦਾ, ਔਰ ਕਈ ਸਟੇਟਾਂ ਨੇ ਗਵਰਨਰ ਦੇ ਵਿੱਚੋਂ ਖਿੱਚ ਵੀ ਲੈਤੀਆਂ ਪਾਵਰਾਂ। ਬਿਲਕੁਲ। ਉਹ ਕਹਿੰਦੇ ਚੀਫ ਮਿਨਿਸਟਰ ਨੂੰ ਬਣਾ, ਵੈਸਟ ਬੰਗਾਲ ਆ, ਕੇਰਲ ਆ ਬਣਾਤੇ, ਕਿਉਂਕਿ ਗਵਰਨਰ ਇੰਟਰਫੇਅਰ ਕਰਦੇ ਸੀ। ਇੰਟਰਫੇਅਰ ਇਹ ਕਰਦੇ ਸੀਗੇ, ਸਟੇਟ ਗਵਰਨਮੈਂਟ ਕਹਿੰਦੀ ਹੈ ਜੀ ਵੀ ਆਹ ਪ੍ਰੋਫੈਸਰ ਲਾਉਣਾ ਐਜ਼ ਵਾਈਸ ਚਾਂਸਲਰ, ਗਵਰਨਰ ਕਹਿੰਦਾ ਮੈਂ ਤਾਂ ਨਹੀਂ ਲਾਉਣਾ। ਆ ਰਾਜਸਥਾਨ ਦੇ ਆਪਣੇ ਇੱਥੇ ਹੋ ਚੁੱਕਾ ਜੀ, ਹੋ ਚੁੱਕਿਆ ਨਾ, ਇਸੇ ਕਰਕੇ ਹੈ ਨਾ। ਹੁਣ ਆ ਜਿਹੜੀ ਆਪਣੇ ਮੈਡੀਕਲ ਯੂਨੀਵਰਸਿਟੀ ਹੈ ਉਹਦੇ ਵਿੱਚ ਹੁਣ ਹੋਇਆ ਹੀ ਹੈ। ਤਾਂ ਉਸ ਸਿਚੁਏਸ਼ਨ ਦੇ ਵਿੱਚ ਗਵਰਨਰ ਡੈਫੀਨੇਟਲੀ ਉਸ ਪਾਰਟੀ ਦੇ ਸਮਰਥਕ ਜਾਂ ਆਈਡੀਓਲੋਜੀਕਲ ਸਮਰਥਕ ਲਾਉਣਗੇ ਜਿਨ੍ਹਾਂ ਦੇ ਉਹ ਰਿਪਰੈਜ਼ੈਂਟੇਟਿਵ ਹੈ, ਉਹ ਬੀਜੇਪੀ ਦੇ ਰਿਪਰੈਜ਼ੈਂਟੇਟਿਵ ਹੈ, ਬੀਜੇਪੀ ਦੀ ਸਰਕਾਰ ਹੈ ਉੱਥੇ। ਤਾਂ ਕਈ ਜਗ੍ਹਾ ਦੇ ਉੱਪਰ ਯੂਨੀਵਰਸਿਟੀਆਂ ਦੇ ਵਿੱਚ ਕੋਰਸਿਸ ਇਸ ਤਰ੍ਹਾਂ ਦੇ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹਦੇ ਨਾਲ ਇਹ ਹੋਵੇ ਕਿ ਜੀ ਜਿਹਨੂੰ ਆਪਾਂ ਕਹਿੰਦੇ ਸੈਫਰਨਾਈਜੇਸ਼ਨ ਆਫ ਐਜੂਕੇਸ਼ਨ ਆ, ਔਰ ਉਹਦਾ ਵਿਰੋਧ ਵੀ ਬਹੁਤ ਜ਼ਬਰਦਸਤ ਜੀ। ਪੰਜਾਬ ਯੂਨੀਵਰਸਿਟੀ ਦੇ ਵਿੱਚ ਪਿੱਛੇ ਜਿਹੜਾ ਵਾਈਸ ਚਾਂਸਲਰ ਸੀਗੇ ਉਹਨਾਂ ਨੇ ਕੋਸ਼ਿਸ਼ ਕੀਤੀ, ਲੇਕਿਨ ਉਹਦੀ ਕਾਫੀ ਆਪੋਜੀਸ਼ਨ ਹੋਈ ਔਰ ਨਹੀਂ ਕਰ ਸਕੇ ਇਸ ਚੀਜ਼ ਨੂੰ। ਲੇਕਿਨ ਪੰਜਾਬ ਯੂਨੀਵਰਸਿਟੀ ਦਾ ਓਵਰਆਲ ਮਾਹੌਲ ਕਾਫੀ ਸੈਕੂਲਰ ਹੈ ਹਜੇ ਤੱਕ। ਲੇਕਿਨ ਐਟ ਦ ਸੇਮ ਟਾਈਮ ਆ ਜਿਹੜੇ ਚੀਜ਼ਾਂ ਹੋ ਰਹੀਆਂ ਨੇ, ਕਿਉਂਕਿ ਦੇਖੋ ਖੱਟੜ ਸਾਹਿਬ ਬੀਜੇਪੀ ਦੇ, ਗਵਰਨਰ ਬੀਜੇਪੀ ਦਾ। ਗਵਰਨਰ ਜਿਹੜਾ ਹੈਗਾ ਪੰਜਾਬ ਦਾ, ਲੇਕਿਨ ਉਹ ਸੁਰ ਉਹਦੀ ਮਿਲੀ ਹੋਈ ਹੈ ਹਰਿਆਣੇ ਨਾਲ। ਕਮਾਲ ਦੀ ਗੱਲ ਇਹ ਹੈਗੀ ਹੈ, ਉਹਨੂੰ ਪੰਜਾਬ ਦਾ ਇੰਟਰਸਟ ਸਰਵ ਕਰਨਾ ਚਾਹੀਦਾ ਹੈ ਬਜਾਏ ਇਸ ਦੇ ਕਿ ਹਰਿਆਣੇ ਦੇ ਕਾਲਜਾਂ ਦੀ ਐਫੀਲੀਏਸ਼ਨ ਦੀ ਵਕਾਲਤ ਕਰੇ। ਪੰਜਾਬ ਦਾ ਗਵਰਨਰ ਪੰਜਾਬ ਦੇ ਹਿੱਤਾਂ ਦੀ ਰਾਖੀ ਕਰੂਗਾ ਜਾਂ ਹਰਿਆਣੇ ਦੇ ਹਿੱਤਾਂ ਦੀ ਰਾਖੀ ਕਰੂਗਾ। ਲੇਕਿਨ ਹੋ ਇਹ ਰਿਹਾ ਕਿਉਂਕਿ ਦੋਨੇ ਬੀਜੇਪੀ ਦੇ, ਦੋਨੇ ਜਿਹੜੇ ਹੈਗੇ ਆ ਇੱਕ ਆਈਡੀਓਲੋਜੀ ਦੇ। ਉਹ ਕਹਿੰਦੇ ਇਸ ਤਰੀਕੇ ਦੇ ਨਾਲ ਹੁਣ ਆਪਾਂ ਇਹਨਾਂ ਨੂੰ ਤੁਸੀਂ ਦੇਖੋ ਨਾ ਪਿੱਛੇ ਜੇ ਕੀ ਹੋਇਆ, ਉਹ ਕਹਿੰਦੇ ਜੀ ਸਾਨੂੰ ਚੰਡੀਗੜ੍ਹ ਦੇ ਵਿੱਚ ਜਗ੍ਹਾ ਦੇ ਦਿਓ, ਉਸ ਤਾਂ ਸੈਪਰੇਟ ਆਪਣੀ ਵਿਧਾਨ ਸਭਾ ਬਣਾਉਣੀ ਹੈ। ਹੋਈ ਨਹੀਂ, ਹਾਈ ਕੋਰਟ ਇਸੇ ਤਰੀਕੇ ਦੇ ਨਾਲ ਹੋਇਆ। ਉਹ ਚੀਜ਼ਾਂ ਤਾਂ ਹੋ ਰਹੀਆਂ ਨੇ ਕਿਉਂਕਿ ਗਵਰਨਰਸ ਆਪਣੇ ਆਪ ਨਹੀਂ ਕਰਦੇ, ਗਵਰਨਰਸ ਨੂੰ ਡਾਇਰੈਕਸ਼ਨ ਆਉਂਦੀ।
ਗਵਰਨਰ ਕਿਹਦੇ ਅੰਡਰ ਕੰਮ ਕਰਦੇ ਆ? ਹੋਮ ਮਿਨਿਸਟਰੀ ਦੇ ਅੰਡਰ ਕੰਮ ਕਰਦੇ ਆ। ਹੋਮ ਮਿਨਿਸਟਰੀ ਤੋਂ ਜਿਵੇਂ ਤੁਸੀਂ ਕਿਹਾ ਇੰਡੀਕੇਸ਼ਨਸ, ਉਹ ਇੰਡੀਕੇਸ਼ਨਸ ਆਉਂਦੀਆਂ ਵੀ ਲੈ ਵੀ ਇਦਾਂ ਕਰ ਦਿਓ, ਉਹ ਗਵਰਨਰ ਕਰਦੇ ਆ ਕਿਉਂਕਿ ਉਹਨਾਂ ਨੇ ਆਪਣੀ ਨੌਕਰੀ ਵੀ ਬਚਾਉਣੀ ਹੈ। ਨਹੀਂ, ਇਹਦੀ ਇੱਕ ਹੋਰ ਉਦਾਹਰਨ ਆ, ਤੁਸੀਂ ਦੇਖੋ SYL ਜਿਹੜੀ ਸਤਲੁਜ ਯਮੁਨਾ ਲਿੰਕ ਨਾਲ ਤੇ ਜਦੋਂ ਬੈਠਕ ਕਰਾਉਣੀ ਸੀ, ਉਹ ਗਜਿੰਦਰ ਸਿੰਘ ਸ਼ੇਖਾਵਤ ਕਰਾ ਰਹੇ ਸੀ। ਗਜਿੰਦਰ ਸਿੰਘ ਸ਼ੇਖਾਵਤ BJP ਦੇ ਨੇ, ਯੂਨੀਅਨ ਮੰਤਰੀ ਨੇ, ਔਰ ਬਿਠਾ ਵੀ ਇਹਨਾਂ ਨੂੰ ਰਹੇ ਸੀ। ਉਦੋਂ ਵੀ ਇੱਕ ਗੱਲ ਉੱਠੀ ਸੀ ਪ੍ਰੋਫੈਸਰ ਸਾਹਿਬ ਕਿ ਪੰਜਾਬ ਨੂੰ ਵਿਰੋਧ ਕਰਨਾ ਚਾਹੀਦਾ ਕਿ ਮੀਡੀਏਸ਼ਨ ਕਰਨੀ ਕਿਸ ਨੇ ਆ, ਜੇ ਆਲਰੇਡੀ ਉਹਨਾਂ ਦੇ ਪਾਸੇ ਦਾ, ਤੇ ਉਹ ਮੀਡੀਏਸ਼ਨ ਕਿਸ ਤਰ੍ਹਾਂ ਹੋਏਗੀ? ਦੇਖੋ ਇਦਾਂ ਹੈ ਵੀ ਕਿਸ ਵੇਲੇ ਇਸ ਇਸ਼ੂ ਦੇ ਉੱਪਰ ਪਾਣੀਆਂ ਦੇ ਉੱਪਰ ਗੱਲ ਕਰਾਂਗੇ, ਲੇਕਿਨ ਆ ਜਿਹੜਾ ਇਸ਼ੂ ਹੈ ਨਾ, ਇਹਦੇ ਵਿੱਚ ਤਾਂ ਡੈਫੀਨੇਟਲੀ ਪੰਜਾਬ ਦੇ ਗਵਰਨਰ ਨੰਬਰ 1 ਤਾਂ ਪੰਜਾਬ ਦੇ ਗਵਰਨਰ ਨੂੰ ਮੀਟਿੰਗ ਨਹੀਂ ਕਾਲ ਕਰਨੀ ਚਾਹੀਦੀ। ਅਗਰ ਮੀਟਿੰਗ ਕਾਲ ਕਰਨੀ ਹੈ ਤਾਂ ਹੋਮ ਮਿਨਿਸਟਰੀ ਕਾਲ ਕਰੇ, ਜਾਂ ਜੇ ਮੀਟਿੰਗ ਕਾਲ ਕਰਨੀ ਹੈ ਤਾਂ ਸੈਂਟਰ ਕਾਲ ਕਰੇ। ਗਵਰਨਰ ਪੰਜਾਬ ਦਾ ਇਸ ਮੀਟਿੰਗ ਜਾਂ ਕੋਈ ਵੀ ਚੀਫ ਮਿਨਿਸਟਰਾਂ ਦੀ ਮੀਟਿੰਗ ਇਸ ਜਿਹੜਾ ਹੈਗਾ ਉਹ ਨਹੀਂ ਹੋਣਾ ਚਾਹੀਦਾ। ਦੂਸਰੀ ਚੀਜ਼ ਇਹ ਹੈਗੀ ਹੈ ਕਿ ਅਗਰ ਮੀਟਿੰਗ ਹੁੰਦੀ ਵੀ ਹੈ, ਪੰਜਾਬ ਦਾ ਗਵਰਨਰ ਪੰਜਾਬ ਦਾ ਪੱਖ ਪੂਰੇ, ਨਾ ਕਿ ਉਹ ਕਹੇ ਜੀ ਕੋਈ ਨਹੀਂ ਜੀ ਹਰਿਆਣੇ ਦੇ ਵੀ ਲਾ ਦਿਓ ਚੀਫ ਨੇ, ਉਹ ਤਾਂ ਕਹਿ ਰਿਹਾ। ਅੱਗੇ UT ਜਿਹੜੀ ਹੈਗੀ ਆ ਉਹ ਵੀ ਇਹ ਗੱਲ ਕਹਿ ਰਹੀ ਹੈ। UT ਦੇ ਕੌਣ ਹੈ? UT ਦੇ ਐਡਮਿਨਿਸਟ੍ਰੇਟਰ ਹੈ ਨਾ, ਐਡਮਿਨਿਸਟ੍ਰੇਟਰ ਹੋਮ ਮਿਨਿਸਟਰੀ ਨੇ ਅਪਾਇੰਟ ਕੀਤਾ ਹੋਇਆ। ਉਹ ਵੀ ਕਹਿੰਦਾ ਨਹੀਂ ਜੀ ਉਹਦੇ ਨਾਲ ਪੰਜਾਬ ਯੂਨੀਵਰਸਿਟੀ ਬੜੀ ਸਟਰੈਂਥਨ ਹੋ ਜੂਗੀ। ਮੈਨੂੰ ਲੌਜਿਕ ਦਿਓ ਕੀ ਸਟਰੈਂਥਨ ਹੋ ਜੂਗੀ, ਮੇਰੇ ਨਾਲ ਬੈਠ ਕੇ ਡਿਸਕਸ ਕਰੋ ਕਿਵੇਂ ਸਟਰੈਂਥਨ ਹੋ ਜੂਗੀ ਪੰਜਾਬ ਯੂਨੀਵਰਸਿਟੀ ਦੇ ਨਾਲ। ਤਾਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਕਈ ਵਾਰ ਪੋਲੀਟੀਕਲੀ ਮੋਟੀਵੇਟਿਡ ਹੁੰਦੀਆਂ, ਲੇਕਿਨ ਪੰਜਾਬ ਦੇ CM ਨੂੰ ਔਰ ਪੰਜਾਬ ਦੇ ਗਵਰਨਰ ਨੂੰ, ਪੰਜਾਬ ਦੇ ਲੋਕਾਂ ਨੂੰ ਔਰ ਪੰਜਾਬ ਦੀ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਪੰਜਾਬ ਯੂਨੀਵਰਸਿਟੀ ਦੀ ਸਟੇਟਸ ਦੇ ਉੱਪਰ ਪਹਿਰਾ ਦੇਣਾ ਚਾਹੀਦਾ ਹੈ, ਔਰ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਸਟੇਟਸ ਹੈ ਉਹਨੂੰ ਬਦਲਣ ਦੀ ਕਦੇ ਵੀ ਕੋਈ ਅਲਾਉ ਨਹੀਂ ਕਰਨਾ ਚਾਹੀਦਾ। ਵੈਸੇ ਇਹ ਜਿਹੜੀਆਂ ਪੋਲੀਟੀਕਲ ਪਾਰਟੀਆਂ ਆ, ਪਿਛਲੇ ਦਿਨਾਂ 'ਚ ਤੁਸੀਂ ਦੇਖਿਆ ਹੋਣਾ, ਇਹ ਬਰਜਿੰਦਰ ਸਿੰਘ ਹਮਦਰਦੀ ਸਟੇਜ ਤੇ ਤਾਂ ਸਾਰੇ ਇਕੱਠੇ ਹੋ ਗਏ, ਇਸ ਤਰ੍ਹਾਂ ਦੇ ਇਸ਼ੂਜ਼ ਤੇ ਕਿਉਂ ਨਹੀਂ ਇਕੱਠੇ ਹੁੰਦੇ? ਔਰ ਇਹ ਇਸ਼ੂ ਉਹਦੇ ਨਾਲੋਂ ਵੀ ਜ਼ਿਆਦਾ ਇੰਪੋਰਟੈਂਟ ਇਸ਼ੂ ਹੈ, ਜਿਹਦੇ ਵਿੱਚ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ, ਹਰ ਵਿਅਕਤੀ ਨੂੰ ਔਰ ਹਰ ਇੰਸਟੀਟਿਊਸ਼ਨ ਨੂੰ ਜਿਹੜਾ ਪੰਜਾਬ ਦਾ ਹੈਗਾ, ਔਰ ਚਾਹੇ ਇੱਥੇ ਬੈਠਾ ਚਾਹੇ ਬਾਹਰ ਬੈਠਾ, ਇਹ ਵੀ ਹੈ ਨਾਲ, ਕਿਉਂਕਿ ਪੰਜਾਬ ਯੂਨੀਵਰਸਿਟੀ ਦਾ ਇੱਕ ਲੰਬਾ ਚੌੜਾ ਜਿਹੜਾ ਹੈਗਾ ਐਲੂਮਨਾਈ ਜਿਹੜੇ ਹੈਗੇ ਆ ਪੂਰੇ ਵਰਲਡ ਦੇ ਵਿੱਚ ਬੈਠੇ ਆ। ਪੰਜਾਬ ਯੂਨੀਵਰਸਿਟੀ ਨੂੰ ਪੰਜਾਬ ਤੋਂ ਨਖੇੜਨਾ ਜਾਂ ਉਹਨੂੰ ਡਾਇਲਿਊਟ ਕਰਨਾ ਜਿਹੜਾ ਹੈਗਾ ਉਹ ਪੰਜਾਬ ਦੇ ਹਿੱਤ ਦੇ ਵਿੱਚ ਨਹੀਂ ਹੈ। ਪੰਜਾਬ ਦੇ ਲੋਕਾਂ ਨੇ ਜ਼ਮੀਨ ਦੇ ਕੇ ਪੰਜਾਬ ਯੂਨੀਵਰਸਿਟੀ ਬਣਾਈ ਸੀਗੀ ਕਿਸੇ ਵੇਲੇ, ਠੀਕ ਹੈ ਨਹੀਂ? ਸਾਡਾ ਆਪਣਾ ਇੱਕ ਇਤਿਹਾਸ ਹੈ। ਪੰਜਾਬ ਯੂਨੀਵਰਸਿਟੀ ਨੇ IK ਗੁਜਰਾਲ ਵਰਗੇ, ਮਨਮੋਹਨ ਸਿੰਘ ਵਰਗੇ ਪ੍ਰਾਈਮ ਮਿਨਿਸਟਰ ਦਿੱਤੇ ਹੈ ਇਸ ਕੰਟਰੀ ਨੂੰ, ਤਾਂ ਉਹਨੂੰ ਤੁਸੀਂ ਅਗਰ ਖਿੱਚ ਕੇ ਲਿਜਾਣ ਦੀ ਕੋਸ਼ਿਸ਼ ਕਰੋਗੇ, ਕਿਉਂਕਿ ਅੱਜ ਤੁਸੀਂ ਪੋਲੀਟੀਕਲੀ ਡੋਮੀਨੇਟ ਕਰ ਰਹੇ ਹੋ, ਉਹ ਚੀਜ਼ ਦਾ ਵਿਰੋਧ ਜਿਹੜਾ ਹੈਗਾ ਹਰ ਵਿਅਕਤੀ ਨੂੰ ਜਿਹੜਾ ਪੰਜਾਬ ਦੇ ਹਿੱਤ ਦੇ ਵਿੱਚ ਹੈ, ਪੰਜਾਬ ਯੂਨੀਵਰਸਿਟੀ ਦੇ ਹਿੱਤ ਦੇ ਵਿੱਚ ਵਿਰੋਧ ਕਰਨਾ ਚਾਹੀਦਾ। ਜੀ, ਮੇਰਾ ਲਾਸਟ ਕੁਐਸਚਨ ਹੈ ਜੀ, ਤੁਸੀਂ ਡਾਕਟਰ ਮਨਮੋਹਨ ਸਿੰਘ ਦੀ ਗੱਲ ਕੀਤੀ, ਇੰਦਰ ਕੁਮਾਰ ਗੁਜਰਾਲ ਦੀ ਗੱਲ ਕੀਤੀ, ਦੋ ਪ੍ਰਾਈਮ ਮਿਨਿਸਟਰ, ਬਹੁਤ ਸਾਰੇ ਹੋਰ ਐਲੂਮਨਾਈਜ਼ ਦਿੱਤੇ ਆ। ਪਿਛਲੇ ਦਿਨਾਂ ਦੇ ਵਿੱਚ ਅਸੀਂ ਦੇਖਿਆ, ਚਲੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਤਾਂ ਇਲੈਕਸ਼ਨਸ ਹੋ ਰਹੀਆਂ ਨੇ, ਸਾਡੀਆਂ ਪੰਜਾਬ ਦੇ ਵਿੱਚ ਇਲੈਕਸ਼ਨਸ ਬੰਦ ਹੋ ਗਈਆਂ ਸਟੂਡੈਂਟ ਬਾਡੀਜ਼ ਦੀਆਂ, ਜਿੱਥੋਂ ਕਿ ਸਾਨੂੰ ਜਿਹੜੀ ਪੋਲੀਟੀਕਲ ਲੀਡਰਸ਼ਿਪ ਪ੍ਰਾਪਤ ਹੋਣੀ ਸੀ, ਯੰਗਸਟਰਸ ਆਉਣੇ ਸੀ ਜਿਨ੍ਹਾਂ ਨੇ ਭਵਿੱਖ ਬਣਾਉਣਾ ਸੀ ਪੰਜਾਬ ਦਾ, ਭਾਰਤ ਦਾ। ਇਹ ਕੀ ਕਾਰਨ ਹੈ ਡਾਕਟਰ ਸਾਹਿਬ? ਦੇਖੋ ਗੱਲ ਇਹ ਹੈਗੀ ਹੈ ਕਿ ਜਿਸ ਵੇਲੇ ਟੈਰਰਿਜ਼ਮ ਦਾ ਦੌਰ ਆਇਆ ਪੰਜਾਬ ਦੇ ਵਿੱਚ, ਉਸ ਵੇਲੇ ਯੂਨੀਵਰਸਿਟੀਆਂ ਦੇ ਉੱਪਰ ਵੀ ਫਰਕ ਪਿਆ, ਯੂਨੀਵਰਸਿਟੀ ਦੇ ਟੀਚਿੰਗ ਦੇ ਉੱਪਰ ਵੀ ਫਰਕ ਪਿਆ, ਔਰ ਸਟੂਡੈਂਟ ਦੇ ਇਲੈਕਸ਼ਨ ਜਿਹੜੇ ਸੀਗੇ ਬੰਦ ਕਰ ਦਿੱਤੇ। ਜਿਸ ਵੇਲੇ ਮੈਂ ਸਟੂਡੈਂਟ ਸੀਗਾ ਗਵਰਨਮੈਂਟ ਕਾਲਜ ਮਲੇਰਕੋਟਲੇ ਦੇ ਵਿੱਚ, ਮੈਂ ਖੁਦ ਇਲੈਕਸ਼ਨ ਲੜਦਾ ਸੀਗਾ, ਮੈਂ ਉੱਥੇ ਜਨਰਲ ਸੈਕਟਰੀ ਰਿਹਾ ਯੂਨੀਅਨ ਦਾ ਮਲੇਰਕੋਟਲੇ ਗਵਰਨਮੈਂਟ ਕਾਲਜ ਦਾ, ਤਾਂ ਇਲੈਕਸ਼ਨ ਹੁੰਦੇ ਸੀਗੇ ਔਰ ਬੜਾ ਵਾਈਬ, ਉਹਦੇ ਵਿੱਚੋਂ ਹੀ ਲੀਡਰਸ਼ਿਪਾਂ ਨਿਕਲਦੀਆਂ ਸੀ। ਐਬਸੋਲੂਟਲੀ। ਮੈਂ 20 ਲੀਡਰ ਗੁਣਾ ਦਿੰਦਾ ਜਿਹੜੇ ਕਿ ਕੇਂਦਰ ਦੇ ਵਿੱਚ ਮੰਤਰੀ ਰਹੇ, ਪੰਜਾਬ ਦੇ ਵਿੱਚੋਂ ਨਿਕਲੇ ਹੋਏ, ਮੈਂ ਕਿਸੇ ਦਾ ਹੁਣ ਪਰਟੀਕੂਲਰ ਨਾਂ ਤਾਂ ਨਾ ਲਵਾਂ, ਲੇਕਿਨ ਉਸ ਤੋਂ ਬਾਅਦ ਇੱਕ ਲੰਬੇ ਸਮੇਂ ਤੱਕ ਇਲੈਕਸ਼ਨ ਨਹੀਂ ਹੋਏ। 1997 ਦੇ ਵਿੱਚ ਸ਼ਾਇਦ MM ਪੂਰੀ ਜਦ ਵਾਈਸ ਚਾਂਸਲਰ ਬਣੇ ਪੰਜਾਬ ਯੂਨੀਵਰਸਿਟੀ ਦੇ, ਤਾਂ ਉਹਨਾਂ ਨੇ ਕਿਹਾ ਵੀ ਨਹੀਂ ਵੀ ਇਲੈਕਸ਼ਨ ਕਰਵਾਇਆ ਕਰਾਂਗੇ, ਇਲੈਕਸ਼ਨ ਸ਼ੁਰੂ ਹੋ ਗਏ। ਲੇਕਿਨ ਬਾਕੀ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਅੱਜ ਤੱਕ ਇਲੈਕਸ਼ਨ ਨਹੀਂ ਹੋ ਰਿਹਾ। ਯੂਨੀਵਰਸਿਟੀਆਂ ਦੇ ਨਹੀਂ ਹੁੰਦੇ, ਕਾਲਜ ਦੇ ਵਿੱਚ ਨਹੀਂ ਹੁੰਦੇ, ਔਰ ਇਹ ਇੱਕ ਬਹੁਤ ਵੱਡਾ, ਦੇਖੋ ਬੱਚਿਆਂ ਨੂੰ ਇਨਵੋਲਵ ਕਰਕੇ ਚੱਲਣਾ ਚਾਹੀਦਾ। ਲੜਾਈ ਝਗੜੇ ਹੋਣਗੇ, ਲਿੰਗ ਦੋ ਕਮਿਸ਼ਨ ਦੀ ਰਿਪੋਰਟ ਲਾਗੂ ਕਰੋ ਪ੍ਰੋਪਰ ਤਰੀਕੇ ਦੇ ਨਾਲ, ਇਲੈਕਸ਼ਨ ਹੋਣਾ ਚਾਹੀਦਾ। ਇਲੈਕਸ਼ਨ ਦੇ ਨਾਲ ਕੀ ਹੁੰਦਾ, ਬਹੁਤ ਸਾਰਾ ਵਾਰਤਾਲਾਪ ਹੁੰਦੀ ਹੈ, ਬਹੁਤ ਸਾਰੀਆਂ ਡਿਸਕਸ਼ਨਸ ਹੁੰਦੀਆਂ ਉਹਦੇ ਵਿੱਚੋਂ, ਕਿਉਂਕਿ ਡਾਇਲੋਗ ਦੇ ਵਿੱਚੋਂ ਹੀ ਨਵੇਂ ਆयाम ਨਿਕਲਦੇ ਆ। ਪੰਜਾਬ ਯੂਨੀਵਰਸਿਟੀ ਦੇ ਵਿੱਚ ਬੜਾ ਵਾਈਬਰੈਂਟ ਇਲੈਕਸ਼ਨ ਹੁੰਦਾ, ਔਰ ਪੰਜਾਬ ਯੂਨੀਵਰਸਿਟੀ ਦੇ ਇਲੈਕਸ਼ਨ ਦੇ ਵਿੱਚੋਂ
ਮੈਂ ਦੇਖਦਾ ਕਈ ਇੰਪੋਰਟੈਂਟ ਲੀਡਰ ਹੁਣ ਵੀ ਨਿਕਲ ਰਹੇ ਹਨ, ਅੱਜ ਵੀ ਨਿਕਲ ਰਹੇ ਹਨ। ਮੈਂ ਤੁਹਾਨੂੰ ਇਸ ਵੇਲੇ ਜਿਹੜੇ MP MLA ਹੈ ਜਾਂ ਜਿਹੜੇ ਸਪੋਕਸ ਪਰਸਨਸ ਹੈ ਪੋਲੀਟੀਕਲ ਪਾਰਟੀਆਂ ਦੇ, ਕਈ ਜਿਹੜੇ ਹੈਗੇ ਪੰਜਾਬ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ, ਇਹਦਾ ਸਟੂਡੈਂਟ ਯੂਨੀਅਨ ਦੇ ਰਹੇ ਹੋਏ ਆ, ਜਨਰਲ ਸੈਕਟਰੀ ਰਹੇ ਹੋਏ ਆ। ਇਹ ਹੋਣਾ ਚਾਹੀਦਾ। ਇਨਫੈਕਟ ਇਹ ਇੱਕ ਕਦਮ ਜਿਹੜਾ ਹੈਗਾ ਪੰਜਾਬ ਦੀ ਪ੍ਰੈਜ਼ੈਂਟ ਸਰਕਾਰ ਨੂੰ ਚੱਕਣਾ ਚਾਹੀਦਾ ਕਿ ਵੀ ਅਗਲੇ ਸਾਲ ਤੋਂ ਅਸੀਂ ਸਾਰੇ ਕਾਲਜਾਂ ਦੇ ਵਿੱਚ ਤੇ ਯੂਨੀਵਰਸਿਟੀ ਦੇ ਵਿੱਚ ਇਲੈਕਸ਼ਨ ਹੋਵੇ, ਕਿਉਂਕਿ ਸਾਡਾ ਡੈਮੋਕ੍ਰੈਟਿਕ ਸਿਸਟਮ ਹੈ, ਡੈਮੋਕ੍ਰੈਟਿਕ ਪ੍ਰੋਸੈਸ ਹੈ। ਡੈਮੋਕ੍ਰੇਸੀ ਦੇ ਸਿਰ ਤੇ ਅਗਰ ਗਵਰਨੈਂਸ ਪੂਰੇ ਕੰਟਰੀ ਦੀ ਹੋ ਰਹੀ ਹੈ ਤਾਂ ਇੰਸਟੀਟਿਊਸ਼ਨਸ ਦੀ ਕਿਉਂ ਨਹੀਂ ਹੋਏਗੀ? ਉਹਨਾਂ ਵਿੱਚ ਵੀ ਬੱਚਿਆਂ ਦੇ ਪ੍ਰਤੀਨਿਧੀ ਬੈਠਣੇ ਚਾਹੀਦੇ। ਪ੍ਰੋਫੈਸਰ ਖਾਲਿਦ, ਤੁਸੀਂ ਸਾਡੇ ਇੱਥੇ ਕਨੈਕਟ FM ਕੈਨੇਡਾ ਦੇ ਸਟੂਡੀਓ 'ਚ ਆਏ, ਸਾਡੇ ਨਾਲ ਗੱਲਬਾਤ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਮਿਹਰਬਾਨੀ।